ਸਤਿ ਸ਼੍ਰੀ ਅਕਾਲ। ਮੁੱਦਾ ਗਰਮ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨ ਬੇਦੀ ਤੇ ਅੱਜ ਗੱਲਬਾਤ ਕਰਾਂਗੇ ਅਧਿਆਪਕਾਂ ਦੀ। ਕੱਚੇ ਅਧਿਆਪਕ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਲਗਾਤਾਰ ਜਿਹੜਾ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਔਰ ਜੋ ਕੱਲ ਜਿਸ ਤਰ੍ਹਾਂ ਦੀ ਘਟਨਾਵਾਂ ਹੋਈਆਂ ਨੇ ਬੇहद ਜ਼ਿਆਦਾ ਉਹ ਦੁਖਦ ਨੇ। ਅਧਿਆਪਕਾਂ ਦੇ ਵੱਲੋਂ ਜਿਹੜੀ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਸੇ ਵੱਲੋਂ ਸਲਫਾਸ ਖਾਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਵੱਡੇ ਸਵਾਲ ਇਹ ਉੱਠਦੇ ਨੇ ਕਿ ਰਾਜਨੀਤਿਕ ਪਾਰਟੀਆਂ ਚੋਣਾਂ ਦਰਮਿਆਨ ਜਦੋਂ ਮੈਨੀਫੈਸਟੋ ਜਾਰੀ ਕੀਤੇ ਜਾਂਦੇ ਨੇ ਜਾਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਵੱਡੇ ਵੱਡੇ ਜਿਹੜੇ ਵਾਅਦੇ ਕਰ ਦਿੰਦੀਆਂ ਤੇ ਵਾਅਦੇ ਪੂਰੇ ਨਹੀਂ ਹੁੰਦੇ। ਲੰਮੇ ਸਮੇਂ ਤੋਂ ਜਿਹੜੇ ਇਹ ਅਧਿਆਪਕ ਸੜਕਾਂ ਤੇ ਨੇ ਅਤੇ ਕੁਝ ਕੁ ਅਧਿਆਪਕ ਐਸੇ ਵੀ ਨੇ ਜਿਨ੍ਹਾਂ ਨੂੰ 17 ਸਾਲ ਹੋ ਗਏ ਨੇ, 6000 ਮਹੀਨਾ ਤਨਖਾਹ ਮਿਲ ਰਹੀ ਹੈ। ਇਹਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਜਿਹੜਾ ਪੂਰਾ ਪੈਨਲ ਮੌਜੂਦ ਰਹੇਗਾ, ਉਹਨਾਂ ਦੇ ਵਿਚਾਰ ਜਾਣਾਂਗੇ ਤੇ ਮਾਹਰਾਂ ਦੀ ਵੀ ਸਲਾਹ ਲਵਾਂਗੇ। ਕਾਂਗਰਸ ਦੇ ਨੁਮਾਇੰਦੇ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦਾ ਵੀ ਪੱਖ ਸੁਣਾਂਗੇ। ਤੇ ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਾ ਦਿੰਦੇ ਹਾਂ। ਸਾਡੇ ਨਾਲ ਪੈਨਲ ਜੁੜਿਆ ਵਰਚੁਅਲ ਢੰਗ ਦੇ ਨਾਲ ਹਰਦੀਪ ਸਿੰਘ ਟੋਡਰਪੁਰ ਨੇ, ਟੀਚਰ ਯੂਨੀਅਨ ਦੇ ਆਗੂ ਨੇ, ਔਰ ਸਾਡੇ ਨਾਲ ਕਾਂਗਰਸ ਤੋਂ ਸੀਨੀਅਰ ਆਗੂ ਨੇ ਕਨਵਰ ਹਰਪ੍ਰੀਤ ਸਿੰਘ ਜੀ ਤੇ ਸਿੱਖਿਆ ਮਾਹਰ ਕੁਲਦੀਪ ਸਿੰਘ ਕਲਸੀ ਮੌਜੂਦ ਰਹਿਣਗੇ। ਸਾਰੇ ਮਹਿਮਾਨਾਂ ਦਾ ਧੰਨਵਾਦ ਹੈ ਸਾਡੇ ਨਾਲ ਜੁੜਨ ਦੇ ਲਈ। ਤੇ ਸਭ ਤੋਂ ਪਹਿਲਾ ਸਵਾਲ ਕਲਸੀ ਜੀ ਤੋਂ ਲੈਂਦੇ ਹਾਂ। ਸਿੱਖਿਆ ਮਾਹਰ ਨੇ ਕਲਸੀ ਜੀ, ਜੋ ਚੀਜ਼ਾਂ ਹੋਈਆਂ ਨੇ, ਜੋ ਕੱਲ ਜੋ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ, ਬਹੁਤ ਦਿਲ ਦੁਖਦਾ ਇੱਦਾਂ ਦਾ ਦੇਖ ਕੇ। ਜਿਨ੍ਹਾਂ ਨੇ ਨਵਾਂ ਜਿਹੜਾ ਭਵਿੱਖ ਪੈਦਾ ਕਰਨਾ ਹੈ ਉਹ ਸੜਕਾਂ ਤੇ ਨੇ, ਡਾਂਗਾ ਖਾ ਰਹੇ ਨੇ, ਕਿਸੇ ਵੱਲੋਂ ਸਲਫਾਸ ਖਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ 6000 ਮਹੀਨੇ ਦੇ ਲਈ ਉਹਨਾਂ ਦੇ ਨਾਲ ਹੁਣ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ ਤੇ ਸਰਕਾਰ ਦਾ ਜਿਹੜਾ ਬਹੁਤ ਘੱਟ ਸਮਾਂ ਰਹਿ ਗਿਆ। ਗਗਨ ਜੀ, ਬਹੁਤ ਹੀ ਮੰਦਭਾਗਾ ਹੈ। ਮੈਂ ਕਹਿ ਸਕਦਾ ਕਿ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਦੇ ਨਾਲ ਮੈਂ ਉਹਨਾਂ ਦੇ ਪ੍ਰਤੀ ਆਪਣੀ ਸਹਾਰਨਭੂਤੀ ਪ੍ਰਗਟ ਕਰ ਸਕਾਂ ਕਿ ਇੰਨੀ ਦੇਰ ਤੋਂ ਕੋਈ 16 ਸਾਲ ਤੋਂ ਕੋਈ 12 ਸਾਲ ਤੋਂ 6-6 ਹਜ਼ਾਰ ਰੁਪਏ ਤੇ ਅਧਿਆਪਕ ਲੱਗੇ ਹੋਏ ਨੇ ਔਰ ਉਹਨਾਂ ਨਾਲ ਪ੍ਰੋਮਿਸ ਹੈ। ਇਹਨਾਂ ਨਾਲ 2016 'ਚ ਕੈਪਟਨ ਸਾਹਿਬ ਨੇ ਪ੍ਰੋਮਿਸ ਕੀਤਾ ਸੀ ਕਿ ਮੇਰੀ ਜੇ ਸਰਕਾਰ ਆਉਂਦੀ ਹੈ ਤੇ ਮੈਂ ਤੁਹਾਨੂੰ ਪੱਕਿਆ ਕਰਾਂਗਾ। ਤੇ ਹੁਣ ਤਕਰੀਬਨ 4 ਸਾਲ ਤੋਂ ਵੱਧ ਸਾਲ ਦਾ ਸਮਾਂ ਬੀਤ ਚੁੱਕਿਆ ਔਰ ਇਸ ਦੇ ਬਾਵਜੂਦ ਵੀ ਔਰ ਉਹ ਸਰਕਾਰ ਹੈ ਜਿਹਨੇ ਇਹ ਕਿਹਾ ਸੀ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ। ਠੀਕ ਹੈ, ਉਹਨਾਂ ਨੂੰ ਆਪਣੀ ਚੋਣ ਮੈਨੀਫੈਸਟੋ ਯਾਦ ਰੱਖਣਾ ਚਾਹੀਦਾ ਹੈ ਕਿ ਘਰ ਘਰ ਨੌਕਰੀ ਦੇਣ ਵਾਲੀ ਵਾਅਦਾ ਕਰਨ ਵਾਲੀ ਸਰਕਾਰ ਔਰ ਉਹਨਾਂ ਕੋਲ ਅਧਿਆਪਕ ਜਿਹੜੇ ਬਹੁਤ ਮੀਗਰ ਸੈਲਰੀ ਦੇ ਉੱਪਰ ਕੰਮ ਕਰ ਰਹੇ ਨੇ ਔਰ ਉਹਨਾਂ ਦੇ ਉੱਪਰ ਉਹਨਾਂ ਨੂੰ ਮਜਬੂਰਨ ਹੋ ਕੇ ਛੱਤਾਂ ਤੇ ਚੜ੍ਹ ਕੇ ਆਪਣੇ ਪੈਟਰੋਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕਰਨਾ, ਸਲਫਾਸ ਖਾਣਾ। ਤੇ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਕੋਈ ਇਨਸਾਨ ਇਸ ਸੀਮਾ ਤੱਕ ਪਹੁੰਚਦਾ ਹੈ ਤਾਂ ਉਹਦੀ ਕਹਿ ਲਓ ਕਿ ਪੂਰੀ ਤਰ੍ਹਾਂ ਦੇ ਵਿੱਚ ਉਹਦੀ ਜਿਹੜੀ ਸਹਿਣਸ਼ੀਲਤਾ ਹੁੰਦੀ ਹੈ ਉਦੋਂ ਖਤਮ ਹੋ ਜਾਂਦੀ, ਉਦੋਂ ਤੱਕ ਇਸ ਤਰ੍ਹਾਂ ਦੇ ਮਈ ਅਡਾਪਟ ਕਰਦਾ ਹੈ। ਤਾਂ ਮੈਨੂੰ ਲੱਗਦਾ ਕਿ ਬਹੁਤ ਮੰਦਭਾਗਾ ਹੈ। ਸਰਕਾਰਾਂ ਨੂੰ ਆਪਣੇ ਜੋ ਚੋਣ ਮੈਨੀਫੈਸਟੋ ਨੇ, ਜੋ ਚੋਣਾਂ ਵਿੱਚ ਕੀਤੇ ਗਏ ਵਾਅਦੇ ਨੇ, ਉਹਨਾਂ ਨੂੰ ਵਫਾ ਕਰਨਾ ਚਾਹੀਦਾ। ਔਰ ਖਾਸ ਤੌਰ ਤੇ ਜਦੋਂ ਕਿ ਸਰਕਾਰ ਦੁਬਾਰਾ ਆਪਣੇ ਆਪ ਨੂੰ ਉਸ ਮੁਹਾਜ ਤੇ ਖੜੀ ਦਿਖਾ ਰਹੀ ਹੋਵੇ, ਇਲੈਕਸ਼ਨ 22 ਦੇ ਵਿੱਚ, ਜੂਨ ਜਾਂ ਫਰਵਰੀ ਦੇ ਵਿੱਚ ਜਾ ਕੇ, ਔਰ ਦੁਬਾਰਾ ਸਰਕਾਰ ਕੋਸ਼ਿਸ਼ ਕਰ ਰਹੀ ਹੈ ਸਾਨੂੰ ਦੁਬਾਰਾ ਮਿਲ ਜਾਵੇ ਮੌਕਾ। ਤੇ ਜੇ ਮੌਕਾ ਤਾਂ ਹੀ ਮਿਲੇਗਾ ਜੇ ਅਸੀਂ ਪੁਰਾਣੇ ਮੈਨੀਫੈਸਟੋ ਦੇ ਵਾਅਦਿਆਂ ਨੂੰ ਪੂਰੇ ਕਰਾਂਗੇ। ਤੇ ਮੈਂ ਟੀਚਰਾਂ ਦੇ ਅਧਿਆਪਕਾਂ ਦੇ ਨਾਲ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਆ। ਉਹਨਾਂ ਦੀ ਮੰਗ ਬੜੀ ਵਾਜਬ ਤੇ ਜਾਇਜ਼ ਹੈ। ਕਰਵਰ ਜੀ, ਤੁਹਾਡੇ ਤੋਂ ਕਮੈਂਟ ਲਵਾਂਗੇ। ਤੁਸੀਂ ਸਭ ਕੁਝ ਦੇਖਿਆ ਜੋ ਚੀਜ਼ਾਂ ਹੋਈਆਂ ਨੇ ਤੇ ਅੱਜ ਵੀ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਹੋਰਾਂ ਦੇ ਨਾਲ ਮੀਟਿੰਗ ਹੋਈ ਹੈ। ਹਾਲਾਂਕਿ ਕੋਈ ਸਿੱਟਾ ਨਹੀਂ ਨਿਕਲਿਆ। ਸਿੱਖਿਆ ਸਕੱਤਰ ਦੇ ਨਾਲ ਹੁਣ ਗੱਲਬਾਤ ਦਾ ਦੌਰ ਚੱਲਣਾ ਹੈ। ਤਾਂ ਤੁਹਾਨੂੰ ਲੱਗਦਾ ਕਿ ਜਿਹੜੇ ਉਹ ਵਾਅਦੇ ਉੱਦਾਂ ਦੇ ਹੋਣੇ ਨਹੀਂ ਚਾਹੀਦੇ ਜਿਹੜੇ ਪੂਰੇ ਨਾ ਹੋ ਪਾਉਣ? ਤੇ ਤਾਂ ਇਹਦੇ ਬਾਰੇ ਵੀ ਥੋੜ੍ਹਾ ਜਿਹਾ ਜ਼ਰੂਰ ਦੱਸਿਓ। ਜਿਸ ਹਿਸਾਬ ਦੇ ਨਾਲ ਮਹਿੰਗਾਈ ਦਾ ਦੌਰ ਹੈ, ਕੱਲ ਚੀਜ਼ਾਂ ਸੁਣੀਆਂ ਨੇ, ਤੇ 6000 ਰੁਪਏ ਮਹੀਨਾ ਕਿੱਦਾਂ ਗੁਜ਼ਾਰਾ ਹੋ ਸਕਦਾ ਹੈ? ਪ੍ਰੈਕਟੀਕਲ ਹੀ ਨਹੀਂ ਬਿਲਕੁਲ ਨਜ਼ਰ ਆਉਂਦਾ ਇਹ ਚੀਜ਼ਾਂ। ਗਗਨ ਜੀ, ਗੱਲ ਇਸ ਤਰ੍ਹਾਂ ਹੈ, ਤੁਹਾਡਾ ਸਵਾਲ ਬਿਲਕੁਲ ਵਾਜਬ ਹੈ, ਪਰ ਇੱਕ ਮੈਂ ਤੁਹਾਨੂੰ ਗੱਲ ਦੱਸ ਦਿਆਂ ਵੀ ਹੁਣੇ ਖਬਰ ਆਈ ਹੈ ਕਿ ਕਾਫੀ ਮੰਗਾਂ ਸਰਕਾਰ ਨੇ ਇਹਨਾਂ ਅਧਿਆਪਕਾਂ ਦੀਆਂ ਮੰਨ ਲਈਆਂ ਨੇ। ਤੇ ਬਾਕੀ ਇਹ ਤਾਂ ਹੁਣ ਪ੍ਰੋਪਰ ਜਦੋਂ ਪੂਰੀ ਖਬਰ ਆਏਗੀ ਪਤਾ ਲੱਗੇਗਾ ਕੀ ਮੰਨਿਆ ਕੀ ਛੱਡਿਆ। ਬਣਾਈ ਹੈ, ਅਜੇ ਮੰਗਾਂ ਨਹੀਂ ਮੰਨੀਆਂ ਗਈਆਂ, ਸਿਰਫ ਕਮੇਟੀ ਬਣਾਈ ਹੈ। ਅਜੇ ਉਹ ਦੌਰ ਚੱਲਣਾ ਕਮੇਟੀਆਂ ਦਾ, ਅਜੇ ਮੰਗਾਂ ਕਿਸੇ ਦੇ ਉੱਤੇ ਸਹਿਮਤੀ ਨਹੀਂ ਬਣੀ ਹੈ। ਨਹੀਂ, ਤੁਹਾਨੂੰ ਮੇਰੇ ਨਾਲੋਂ ਵੱਧ ਜਾਣਕਾਰੀ ਹੋਏਗੀ, ਬਟ ਅੱਜ ਤੁਹਾਡਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਜਸਟ ਪਹਿਲਾਂ ਮੈਂ ਦੇਖ ਰਿਹਾ ਸੀ ਤੇ ਉਹਦੇ ਵਿੱਚ ਆ ਰਿਹਾ ਸੀ ਕਿ ਵੀ ਸਰਕਾਰ ਨੇ ਕਾਫੀ ਮੰਗਾਂ ਜਿਹੜੀਆਂ ਇਹਨਾਂ ਦੀਆਂ ਮੰਨ ਲਈਆਂ। ਚਲੋ ਖੈਰ, ਉਹ ਪੂਰੀ ਖਬਰ ਆਏਗੀ ਤੇ ਪਿਕਚਰ ਕਲੀਅਰ ਹੋ ਜਾਏਗੀ। ਇੱਕ ਮੈਂ ਤੁਹਾਨੂੰ ਗੱਲ ਦੱਸ ਦਿਆਂ, ਤੁਹਾਡੀ ਗੱਲ ਠੀਕ ਹੈ, 6000 ਰੁਪਏ ਮਹੀਨੇ ਨਾਲ ਅੱਜ ਦੇ ਜ਼ਮਾਨੇ ਵਿੱਚ ਗੁਜ਼ਾਰਾ ਬਿਲਕੁਲ ਕਿਸੇ ਦਾ ਨਹੀਂ ਹੁੰਦਾ। ਠੀਕ ਹੈ ਗੱਲ, ਮੈਂ ਇਹ ਸਮਝਦਾ ਪਹਿਲਾਂ ਤਾਂ ਚਲੋ ਹੁਣ ਦੂਸਰੀਆਂ ਕਿਸੇ ਸਿਆਸੀ ਪਾਰਟੀਆਂ ਦੇ ਇੱਥੇ ਨੁਮਾਇੰਦੇ ਨਹੀਂ ਹੈ, ਪਰ ਮੈਂ ਇੱਥੇ ਜਿਹੜੇ ਆਪਣੇ ਟੀਚਰ ਆਪਣੇ ਅਧਿਆਪਕ ਆਗੂ ਨੇ ਤੇ ਤੁਸੀਂ ਬੈਠੇ ਹੋ ਤੇ ਜਿਹੜੇ ਦੇਖਣ ਵਾਲੇ ਸਾਡੇ ਵਿਊਅਰ ਹੈ, ਉਹਨਾਂ ਨੂੰ ਕਲੀਅਰ ਕਰਦੇ ਹਾਂ ਵੀ ਇਹ 6000 ਰੁਪਏ ਮਹੀਨੇ ਤੇ ਇਹ ਜਿਹੜੇ ਸਿੱਖਿਆ ਵਲੰਟੀਅਰ, ਇਹ ਅਧਿਆਪਕ ਭਰਤੀ ਨਹੀਂ ਕੀਤੇ ਸੀ, ਸਿੱਖਿਆ ਵਲੰਟੀਅਰ ਛੋਟੀਆਂ ਜਮਾਤਾਂ ਨੂੰ ਪੜ੍ਹਾਉਣ ਲਈ
ਸਰਕਾਰ ਨੇ, ਅਕਾਲੀ ਭਾਜਪਾ ਸਰਕਾਰ ਖਾਸ ਕਰਕੇ ਮੈਂ ਇੱਥੇ ਮੈਂਸ਼ਨ ਕਰਨਾ ਚਾਹੁੰਦਾ, ਉਹਨਾਂ ਨੇ ਭਰਤੀ ਕੀਤੇ ਸੀ ਸਿੱਖਿਆ ਵਲੰਟੀਅਰ। ਤੇ ਜਦੋਂ ਭਰਤੀ ਕੀਤੇ ਸੀ ਗਗਨ ਜੀ, ਉਦੋਂ ਵੀ 6000 ਰੁਪਏ ਸਾਡੀ ਸਰਕਾਰ ਨੇ ਕੋਈ ਇਹਨਾਂ ਦਾ ਕਹਿ ਲਓ ਮਾਣ ਪੱਤਾ, ਵੇਤਨ ਜੋ ਵੀ ਕਹਿ ਲਓ, ਉਹ ਘਟਾਇਆ ਨਹੀਂ। ਕਨਵਰ ਜੀ, ਪਰ ਮੈਂ ਕਹਿੰਦਾ ਵੀ ਜਦੋਂ ਭਰਤੀ ਹੋਈ ਸੀ ਉਦੋਂ ਵੀ ਤਾਂ 6000 ਤੁਹਾਨੂੰ ਰੁਪਏ। ਇੱਕ ਮਿੰਟ ਰੋਕਣਾ ਚਾਹਾਂਗੇ, ਅਸੀਂ ਵਿੱਚ ਚਲਾ ਵੀ ਦੇਵਾਂਗੇ। ਕੈਪਟਨ ਅਮਰਿੰਦਰ ਸਿੰਘ ਜੀ ਦਾ 2016 ਦਾ ਬਿਆਨ ਹੈ ਔਰ ਉਹ ਕਹਿੰਦੇ ਕਿ ਹੁਣ ਤਾਂ 10-12 ਮੇਰੀ ਗੱਲ ਪੂਰੀ ਹੋ ਲੈਣ ਦਿਓ, ਤੁਹਾਡੀ ਇਸ ਗੱਲ ਦਾ ਜਵਾਬ ਬਹੁਤ ਕੀ ਆ ਜਾਣਾ ਹੈ, ਤਾਂ ਜ਼ਿੰਮੇਵਾਰੀ ਤਾਂ ਮੇਰੀ ਬਣਦੀ ਹੈ ਗੱਲ ਨਾ। ਪੂਰੀ ਹੋ ਲੈਣ ਦਿਓ ਤੁਹਾਡੀ। ਮੈਂ ਦੱਸ ਰਿਹਾ, ਮੈਨੂੰ ਤੁਸੀਂ ਸਵਾਲ ਪੁੱਛਿਆ, ਹੁਣ ਜਵਾਬ ਤਾਂ ਦੇ ਲੈਣ ਦਿਓ ਨਾ। ਦੇਖੋ ਇਸ ਤਰ੍ਹਾਂ ਹੈ, ਸਰਕਾਰ ਇਹਨਾਂ ਨੂੰ ਮੈਰਿਟ ਦੇ ਬੇਸ ਤੇ ਭਰਤੀ ਕਰ ਰਹੀ ਹੈ। ਜਿਹੜੇ ਹੁਣ, ਕਿਉਂਕਿ ਦੇਖੋ ਦਿੱਕਤ ਕਿਸ ਗੱਲ ਦੀ ਆਉਂਦੀ ਹੈ, ਕਈ ਲੋਕ ਸਾਡੇ ਨਾ ਇੱਕ ਨੌਜਵਾਨ ਵਰਗ ਦੇ ਵਿੱਚ ਬੜੀ ਇੱਕ ਸਹਿਨਸ਼ੀਲਤਾ ਦੀ ਕਮੀ ਤੇ ਬੇਸਬਰੀ ਦੀ ਵੀ ਮੈਂ ਜਿਹੜੀ ਕਮੀ ਉਹ ਸਮਝਦਾ। ਜਿਹੜਾ ਇਸ ਤਰ੍ਹਾਂ ਦੇ ਪ੍ਰੋਟੈਸਟ ਜਿਹੜੇ ਹੁਣੇ ਕਲਸੀ ਸਾਹਿਬ ਨੇ ਗੱਲ ਕੀਤੀ ਹੈ ਕਿ ਆਪਣੇ ਆਪ ਨੂੰ ਅੱਗਾ ਲਾਉਣ ਵਾਲੀਆਂ ਗੱਲਾਂ ਜਾਂ ਇਸ ਤਰ੍ਹਾਂ ਦੇ ਨਹੀਂ ਕਰਨੇ ਚਾਹੀਦੇ। ਦੇਖੋ ਜਾਨ ਤੋਂ ਉੱਤੇ ਕੁਝ ਨਹੀਂ ਹੈ, ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਨੌਕਰੀ ਨਾਲੋਂ ਵੱਧ ਉਹਨਾਂ ਬੱਚਿਆਂ ਦੀ, ਨੌਜਵਾਨਾਂ ਦੀ ਜਾਨ ਜ਼ਿਆਦਾ ਪਿਆਰੀ ਹੈ, ਤਾਂ ਤੁਸੀਂ ਵੀ ਸਮਝਦੇ ਹੋ। ਹੁਣ ਮਸਲੇ ਦੀ ਗੱਲ ਇਹ ਹੈ ਵੀ ਸਰਕਾਰ ਨੇ ਕਿਹਾ ਅਸੀਂ ਨੌਕਰੀਆਂ ਦਿਆਂਗੇ, ਬਟ ਤੁਸੀਂ ਇੱਕ ਗੱਲ ਮੇਰੀ ਸਮਝ ਲਓ, ਇਹ ਮਾਮਲਾ ਬੱਚਿਆਂ ਦੇ, ਦੇਸ਼ ਦੇ, ਸੂਬੇ ਦੇ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਹੋਇਆ। ਜਿਹੜੇ 6-6 ਹਜ਼ਾਰ ਰੁਪਏ ਤੇ, ਮੈਂ ਕਲੀਅਰ ਕਰਦਾ ਹੁਣ ਸਾਰੇ ਸਮਝ ਲਿਓ ਗੱਲ ਨੂੰ, ਜਿਹੜੇ 6-6 ਹਜ਼ਾਰ ਰੁਪਏ ਤੇ ਭਰਤੀ ਕੀਤੇ ਸੀ ਸਿੱਖਿਆ ਵਲੰਟੀਅਰ, ਉਹ ਸਿਰਫ 10ਵੀਂ 12ਵੀਂ ਪਾਸ ਸੀਗੇ, ਉਹਨਾਂ ਨੇ ਕੋਈ ਕੋਰਸ ਨਹੀਂ ਕੀਤਾ। ਉਸ ਤੋਂ ਬਾਅਦ ਬਹੁਤ ਸਾਰੇ ਅਧਿਆਪਕ ਐਸੇ ਹੈ ਜਿਨ੍ਹਾਂ ਨੇ ETT TET ਪਾਸ ਵੀ ਕੀਤੀਆਂ। ਦੇਖੋ ਮੇਰੀ ਗੱਲ ਨੂੰ ਸਮਝੋ, ਔਰ ਸਰਕਾਰ ਉਹਨਾਂ ਦੇ ਜਿਹੜੇ ਹੈ ਐਗਜ਼ਾਮ ਲਏਗੀ ਔਰ ਤਜਰਬੇ ਦੇ ਆਧਾਰ ਤੇ ਉਹਨਾਂ ਦੇ ਉਹ ਅੰਕ ਵੀ ਜੋੜੇਗੀ। ਦੇਖੋ ਮੇਰੀ ਗੱਲ ਸਮਝੋ, ਇੱਕ ਤਾਂ ETT ਤੇ TET ਜਿਹੜੇ ਟੈਸਟ ਨੇ, ਜਿਹੜੇ ਐਲੀਜੀਬਿਲਿਟੀ ਟੈਸਟ ਨੇ, ਉਹ ਪਾਸ ਕੀਤੇ ਹੋਣੇ ਚਾਹੀਦੇ ਹੀ ਹੈ। ਉਹ ਕਿਉਂ ਕਿ ਸਿਰਫ ਉਹਨਾਂ ਨੂੰ ਨੌਕਰੀ ਦੇਣਾ ਸਰਕਾਰ ਦਾ ਕੰਮ ਨਹੀਂ ਹੈ, ਬਲਕਿ ਜਿਹੜੇ ਬੱਚਿਆਂ ਨੂੰ ਉਹਨਾਂ ਨੇ ਪੜ੍ਹਾਉਣਾ ਹੈ, ਉਹ ਜਿਹੜੀ ਐਜੂਕੇਸ਼ਨ ਦੀ ਕੁਆਲਿਟੀ ਨੂੰ ਵੀ ਕੰਟਰੋਲ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਚਲੋ ਆਪਾਂ ਕਨਵਰ ਜੀ ਵਾਪਸ ਤੁਹਾਡੇ ਕੋਲ ਆਣਾ। ਇੱਕ ਮਿੰਟ, ਉਹਨਾਂ ਨੂੰ ਸੈਟੀਸਫਾਈ ਕਰਨ ਲਈ ਪੜ੍ਹਾਈ ਦਾ ਮਿਆਰ ਨਹੀਂ ਨਾ ਗਿਰਨਾ ਚਾਹੀਦਾ। ਚਲੋ ਹਰਦੀਪ ਜੀ ਬਿਲਕੁਲ ਨਾਲ ਨੇ। ਹਰਦੀਪ ਜੀ, ਤੁਸੀਂ ਸਾਰੀਆਂ ਗੱਲਾਂ ਸੁਣੀਆਂ, ਜੋ ਪੱਖ, ਜੋ ਤਰਕ ਕਨਵਰ ਜੀ ਹੋਰਾਂ ਦੇ ਵੱਲੋਂ ਕਾਂਗਰਸ ਦੇ ਨੁਮਾਇੰਦੇ ਹੋਣ ਦੇ ਮਾਧਿਅਮ ਦੇ ਨਾਲ ਰੱਖੇ ਗਏ ਨੇ, ਇਤਫਾਕ ਰੱਖਦੇ ਹੋ ਇਹਨਾਂ ਚੀਜ਼ਾਂ ਦੇ ਨਾਲ, ਜੋ ਚੀਜ਼ਾਂ ਕਹੀਆਂ ਗਈਆਂ ਨੇ? ਨਹੀਂ, ਇਹਨਾਂ ਚੀਜ਼ਾਂ ਨਾਲ ਕੋਈ ਅਸੀਂ ਪੂਰੀ ਤਰ੍ਹਾਂ ਇਤਫਾਕ ਨਹੀਂ ਰੱਖਦੇ, ਕਿਉਂਕਿ ਪਹਿਲੀ ਗੱਲ ਤਾਂ ਜਿਹੜਾ ਇਹਨਾਂ ਨੇ ਕਿਹਾ ਕਿ ਅਕਾਲੀ ਗੌਰਮੈਂਟ ਦੇ ਸਮੇਂ ਭਰਤੀ ਕੀਤੇ ਗਏ, ਅਸੀਂ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਸਰਵ ਸਿੱਖਿਆ ਅਭਿਆਨ ਜਿਹੜੀ ਸਕੀਮ ਆਈ, ਉਦੋਂ ਮਨਮੋਹਨ ਸਿੰਘ ਦੀ ਗੌਰਮੈਂਟ ਸੀ ਸੈਂਟਰ ਦੇ ਵਿੱਚ, ਤੇ ਪੰਜਾਬ ਦੇ ਵਿੱਚ ਕੈਪਟਨ ਦਾ ਕਾਰਜਕਾਲ ਸੀ 2003-04 ਦੇ ਸਮੇਂ ਦੌਰਾਨ। ਉਸ ਸਮੇਂ ਜਦੋਂ ਇਹਨਾਂ ਨੂੰ 1000 ਮਾਣ ਭੱਤਾ ਤੋਂ ਵੀ ਕਹਿ ਲਈ ਨਿਗੂਣੀ ਤਨਖਾਹ 1000 ਰੁਪਏ ਤੇ ਭਰਤੀ ਕੀਤਾ ਸੀ, ਤੇ ਲਗਭਗ ਕੋਈ 17 ਸਾਲ, ਕੋਈ 18 ਸਾਲ, ਕੋਈ 12 ਸਾਲ ਲਾ ਕੇ ਉਹਨਾਂ ਦੀ ਤਨਖਾਹ 1000 ਤੋਂ ਲੈ ਕੇ 6 ਤੋਂ ਲੈ ਕੇ 10,000 ਤੱਕ ਪਹੁੰਚੀ ਹੈਗੀ ਹੈ। ਸਭ ਤੋਂ ਵੱਡਾ ਸਵਾਲ ਸਾਡਾ ਹੁੰਦਾ ਮੌਕੇ ਦੀ ਸਰਕਾਰ ਨੂੰ। ਮੌਕੇ ਦੀ ਸਰਕਾਰ ਦੇ ਵਿੱਚ ਵੀ ਕਿਸੇ ਅੱਜ ਦੇ ਮੌਜੂਦਾ ਵਿਧਾਇਕ ਨੇ ਜਾਂ ਮੰਤਰੀ ਨੇ ਵਾਅਦਾ ਕੀਤਾ ਹੋਵੇ, ਕੋਈ ਕਹਿ ਸਕਦਾ ਕਿ ਮੇਰੇ ਹੱਥ ਦੇ ਵਿੱਚ ਨਹੀਂ। ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਧਰਨੇ ਦੇ ਵਿੱਚ ਬਹਿ ਕੇ ਇਹ ਪ੍ਰੋਮਿਸ ਕਰਕੇ ਆਏ ਸੀ, ਤੇ ਉਸ ਸਮੇਂ ਉਹਨਾਂ ਨੇ ਕੋਈ ਅਜਿਹਾ ਨਹੀਂ ਗੱਲ ਕੀਤਾ ਕਿ ਤੁਹਾਡਾ ਟੈਸਟ ਹੋਣਾ ਜਾਂ ਨਵੇਂ ਸਿਰੇ ਤੋਂ ਭਰਤੀ ਹੋਣੀ ਆ। ਉਹਨਾਂ ਨੇ ਇਹ ਆਖਿਆ ਕਿ ਅਸੀਂ ਆਉਂਦੇ ਹੀ ਤੁਹਾਨੂੰ ਆਪਣਾ ਰੈਗੂਲਰ ਤੁਹਾਡੀ ਬਿਨਾਂ ਸ਼ਰਤ ਰੈਗੂਲਰ ਕਰਦਾ। ਦੂਜੀ ਗੱਲ ਜਿਹੜਾ ਹਾਂਜੀ, ਦੂਜੀ ਗੱਲ ਵਲੰਟੀਅਰਾਂ ਦੀ ਗਿਣਤੀ ਹੈਗੀ ਹੈ ਲਗਭਗ 13,000 ਦੇ ਆਸ-ਪਾਸ, ਥੋੜੀ ਬਹੁਤੀ ਘੱਟ ਵੱਧ ਹੋ ਸਕਦੀ ਹੈ, 1000 ਘੱਟ ਹੋ ਸਕਦੀ ਹੈ, ਤੇ ਜਿਹੜੀ ਭਰਤੀ ਕੱਢੀ ਹੈਗੀ ਆ ਉਹ ਬਹੁਤ ਥੋੜੀ ਆ, 10,000 ਤੋਂ ਵੀ ਘੱਟ ਹੈਗੀ ਆ। ਤੇ ਪਹਿਲੀ ਗੱਲ ਤਾਂ ਉਸ ਦੇ ਵਿੱਚ ਅਪਲਾਈ ਕਰਨ ਦਾ ਮੌਕਾ ਇਕੱਲਾ ਇਹਨਾਂ ਵਲੰਟੀਅਰਾਂ ਨੂੰ, ਕੱਚੇ ਅਧਿਆਪਕਾਂ ਨੂੰ ਨਹੀਂ, ਉਸ 'ਚ ਬੇਰੁਜ਼ਗਾਰਾਂ ਨੂੰ ਵੀ ਮੌਕਾ ਦਿੱਤਾ ਹੈਗਾ। ਇਸ ਕਰਕੇ ਕੁੱਲ ਮਿਲਾ ਕੇ ਜਿਹੜੀ ਗਿਣਤੀ ਹੈ ਇਹ ਲਗਭਗ 1 ਲੱਖ ਦੇ ਆਸ-ਪਾਸ ਬਣਦੀ ਹੈ ਜਿਨ੍ਹਾਂ ਨੇ ਅਪਲਾਈ ਕੀਤਾ ਹੈਗਾ। ਇੰਨੀ ਵੱਡੀ ਗਿਣਤੀ ਦੇ ਵਿੱਚ ਅਪਲਾਈ ਕੀਤਾ, ਕੰਪੀਟੀਸ਼ਨ ਕਿੰਨਾ ਹਾਰਡ ਹੋਣਾ। ਜਿਹੜੇ 18 ਸਾਲ ਤੋਂ ਪੜ੍ਹਾਉਂਦੇ ਆ ਰਹੇ ਨੇ, ਜਿਨ੍ਹਾਂ ਨਾਲ ਕੈਪਟਨ ਨੇ ਵਾਅਦਾ ਕੀਤਾ, ਉਹਨਾਂ ਨਾਲ ਇਹ ਸਰਾਸਰ ਬੇਇਨਸਾਫੀ ਹੈਗੀ ਹੈ। ਇੱਕ ਚੀਜ਼ ਇਹ ਵੀ ਜਾਣਨੀ ਚਾਹਾਂਗੇ, ਜਿਹੜੇ ਸਾਰੇ ਕੱਚੇ ਮੁਲਾਜ਼ਮ ਨੇ ਧਰਨੇ ਪ੍ਰਦਰਸ਼ਨ ਕਰ ਰਹੇ ਨੇ, ਕੁਆਲੀਫਿਕੇਸ਼ਨ ਇਹਨਾਂ ਦੀ ਕੀ ਹੈਗੀ ਹੈ, ਮੋਟੇ ਤੌਰ ਤੇ ਆਪਾਂ ਲੈ ਲਈਏ ਜੇ? ਦੇਖੋ ਜੀ, ਜਦੋਂ ਸਰਕਾਰ ਨੇ ਭਰਤੀ ਕੀਤੇ ਸੀ ਉਦੋਂ ਬਹੁਤ ਸਾਰੀਆਂ ਜਿਹੜੇ ਕੁਆਲੀਫਿਕੇਸ਼ਨ ਆ, ਜਿਹੜੀਆਂ ਸ਼ਰਤਾਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਸਰਕਾਰ ਵੱਲੋਂ ਸੀ। ਪਰ ਇਹ ਵਲੰਟੀਅਰ ਜਿਹੜੇ ਆਪਣੇ ਆਪ ਨਹੀਂ ਕੋਈ ਭਰਤੀ ਹੋ ਗਏ, ਜੇ ਮਤਲਬ ਸ਼ਰਤਾਂ ਉਸ ਸਮੇਂ ਪੂਰੀਆਂ ਨਹੀਂ ਕਰਦੇ ਸੀ ਤਾਂ ਇਸ ਦੇ ਵਿੱਚ ਇਹਨਾਂ ਵਲੰਟੀਅਰਾਂ ਦਾ ਕਸੂਰ ਨਹੀਂ, ਗੌਰਮੈਂਟ ਦਾ ਕਸੂਰ ਆ। ਉਸ ਤੋਂ ਅਗਲੀ ਗੱਲ
ਇਹਨਾਂ ਨੇ ਆਪਣੇ ਪੜ੍ਹਾਈ ਦੇ ਜਿਹੜਾ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਆਪਣੀ ਕੁਆਲੀਫਿਕੇਸ਼ਨ ਨੂੰ ਵੀ ਇੰਪਰੂਵ ਕੀਤਾ ਹੈਗਾ। ਅੱਜ ਇਹਨਾਂ ਦੇ ਵਿੱਚੋਂ ਬਹੁਤ ਥੋੜੇ ਟੀਚਰ ਹੋਣਗੇ ਜਿਨ੍ਹਾਂ ਦੀ ਕੁਆਲੀਫਿਕੇਸ਼ਨ ਘੱਟ ਹੋਊਗੀ, ਬਾਕੀਆਂ ਦੀ ਕੁਆਲੀਫਿਕੇਸ਼ਨ ਪੂਰੀ ਹੈਗੀ ਆ। ਅਗਲੀ ਗੱਲ, ਇੱਕ ਜਿਹੜੇ ਗੱਲ ਕਰਦੇ ਨੇ ਟੈਸਟ ਦੀ, ਟੈਸਟ ਤਾਂ ਕਹਿ ਲਈਏ 2 ਜਾਂ 3 ਘੰਟੇ ਦੇ ਵਿੱਚ ਪਰਖੀ ਜਾਣੀ ਆ ਉਹਦੀ ਕਾਬਲੀਅਤ ਅਧਿਆਪਕ ਦੀ। ਜਿਹੜੇ ਅਧਿਆਪਕਾਂ ਕੋਲ 18 ਸਾਲ ਦਾ ਤਜਰਬਾ ਹੋ ਗਿਆ, ਕਿਸੇ ਕੋਲ 15 ਸਾਲ ਦਾ ਤਜਰਬਾ ਹੋ ਗਿਆ, ਤੇ ਉਹਨਾਂ ਹੀ ਵਲੰਟੀਅਰਾਂ ਦੇ ਸਿਰ ਤੇ ਪੰਜਾਬ ਪਹਿਲਾ ਸੂਬਾ ਬਣਿਆ ਕਿ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ, ਉਹਨਾਂ ਵਲੰਟੀਅਰਾਂ ਦੇ। ਠੀਕ ਹੈ ਕਨਵਰ ਜੀ, ਕਲਸੀ ਜੀ ਤੁਹਾਡੇ ਕੋਲ ਆਉਂਗਾ ਮੈਂ। ਕਨਵਰ ਜੀ, ਤੁਸੀਂ ਥੋੜਾ ਜਿਹਾ ਬਰੀਫ ਦੇ ਵਿੱਚ ਦੇਖ ਲਓ, ਤੁਸੀਂ ਸਾਰੀਆਂ ਚੀਜ਼ਾਂ ਸੁਣ ਲਈਆਂ, ਤੁਸੀਂ ਕੁਆਲੀਫਿਕੇਸ਼ਨ ਦੀ ਗੱਲ ਕੀਤੀ, ਉਹ ਵੀ ਕਲੀਅਰ ਹੋ ਗਈ ਕਿ ਉਹਨਾਂ ਨੇ ਆਪਣੇ ਆਪ ਨੂੰ ਅਪਗ੍ਰੇਡ ਕਰ ਲਿਆ। ਔਰ ਪਰ ਟੈਸਟ ਦਾ ਵੀ ਕੋਈ ਸਮਾਂ ਹੁੰਦਾ ਹੈਗਾ, ਸ਼ੁਰੂ ਦੇ ਵਿੱਚ ਟੈਸਟ ਰੱਖ ਕੇ ਭਰਤੀ ਕਰਦੇ। ਜਿਹੜੀ ਤਨਖਾਹ ਦਾ ਮਾਮਲਾ ਹੈਗਾ, ਸਰਕਾਰ ਦਾ ਆਪਣਾ ਮਿਨੀਮਮ ਵੇਜਸ ਐਕਟ ਹੈਗਾ, ਉਸ ਤੋਂ ਵੀ ਹੇਠਾਂ ਤਨਖਾਹ ਇਹ ਲੈ ਰਹੇ ਨੇ। ਤਨਖਾਹ ਦੇਣ ਦੇ ਮਾਮਲੇ 'ਚ ਤਾਂ ਘੱਟੋ ਘੱਟ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਤਨਖਾਹ ਦੇ ਵਿੱਚ ਤਾਂ ਫੌਰੀ ਤੌਰ ਤੇ ਬੰਦਾ ਇਹਨਾਂ ਦੇ ਠੀਕ ਹੈ। ਕਲਸੀ ਜੀ, ਤੁਹਾਡੇ ਕੋਲ ਮੈਂ ਆਨਾ, ਬਿਲਕੁਲ ਥੋੜਾ ਜਿਹਾ ਸਮਾਂ ਆਪਾਂ ਕਨਵਰ ਜੀ ਤੋਂ ਸੁਣ ਲਈਏ। ਕਨਵਰ ਜੀ, ਤੁਸੀਂ ਹੁਣੇ ਸਾਰੀਆਂ ਗੱਲਾਂ ਸੁਣੀਆਂ, ਚਾਹੇ ਉਹ ਜਿਹੜੇ ਆਪਣੀ ਕੁਆਲੀਫਿਕੇਸ਼ਨ ਅਪਗ੍ਰੇਡ ਕਰਨ ਵਾਲੀ ਗੱਲ ਸੀ, ਜਾਂ ਇੱਕ ਇਹ ਵੀ ਹੈ ਕਿ 2000 ਜਿਸ ਵੇਲੇ ਭਰਤੀ ਹੋਏ ਨੇ ਤਾਂ ਉਦੋਂ ਸੂਬੇ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਸੀ ਤੇ ਸੈਂਟਰ ਦੇ ਵਿੱਚ ਸੀ, ਤਾਂ ਚਲੋ ਇਹ ਵੀ ਸਾਰੀਆਂ ਗੱਲਾਂ ਇੱਕ ਵੱਖ ਰਹਿ ਗਈਆਂ। ਹਰਦੀਪ ਹੋਰਾਂ ਨੇ ਇੱਕ ਗੱਲ ਅਖੀਰ ਦੇ ਵਿੱਚ ਕਹੀ ਹੈ, ਤਨਖਾਹ ਦੇ ਵਿੱਚ ਕੀ ਦਿੱਕਤ ਹੈ? ਤਨਖਾਹ ਤਾਂ ਤੁਸੀਂ ਥੋੜੀ ਵਧਾ ਹੀ ਸਕਦੇ ਸੀ ਨਾ, ਸਰਕਾਰ ਇਹ ਚੀਜ਼ਾਂ ਤਾਂ ਕਰ ਹੀ ਸਕਦੀ ਹੈ ਨਾ, ਸਰਕਾਰ ਦੇ ਹੱਥ ਪੱਲੇ ਬਹੁਤ ਕੁਝ ਹੁੰਦਾ ਜੇ ਕਰਨਾ ਚਾਹਵੇ। ਜੀ ਬਿਲਕੁਲ, ਗੱਲ ਇਹ ਹੈ ਗਗਨ ਜੀ, ਮੈਂ ਦੇਖੋ ਮੇਰੀ ਗੱਲ ਨਾ ਤੁਸੀਂ ਵਿਚਾਲੇ ਕੱਟਤੀ ਸੀ, ਮੇਰੀ ਗੱਲ ਹੁਣ ਪਲੀਜ਼ ਕੰਪਲੀਟ ਹੋ ਲੈਣ ਦਿਓ। ਜ਼ਰੂਰ ਕਰੋ। ਗੱਲ ਇਹ ਹੈ, ਦੇਖੋ ਪਹਿਲੀ ਗੱਲ ਤਾਂ ਇਹ ਜਿਹੜੇ ਸਿੱਖਿਆ ਵਲੰਟੀਅਰ ਭਰਤੀ ਕੀਤੇ ਗਏ ਸੀ ਸਰਕਾਰ ਵੱਲੋਂ, ਇਹ ਟੈਂਪਰੇਰੀ ਸੀਗੇ। ਇਹਨਾਂ ਨੂੰ ਬਿਲਕੁਲ ਕਿਸੇ ਨੇ ਨਹੀਂ ਕਿਹਾ ਸੀ ਭਰਤੀ ਕਰਨ ਵੇਲੇ ਕਿ ਤੁਹਾਨੂੰ ਪੱਕੇ ਕਰਾਂ। ਨੰਬਰ 1। ਨੰਬਰ 2, ਠੀਕ ਹੈ ਗੱਲ, ਮੈਂ ਪਹਿਲਾਂ ਹੀ ਮਾਫੀ ਚਾਹੂੰਗਾ ਆਪਣਾ ਕਨਵਰ ਜੀ, ਮੈਂ ਇੱਕ ਚੀਜ਼ ਇੱਥੇ ਐਡ ਆਨ ਕਰਦਾ, ਪਰ ਸਵਾਲ ਤਾਂ ਵੱਡਾ ਇਹ ਹੈ ਨਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਇਹਨਾਂ ਨਾਲ ਵਾਅਦਾ ਕਰ ਦਿੱਤਾ ਗਿਆ ਸੀ 16 ਦੇ ਵਿੱਚ। ਬਿਲਕੁਲ, ਮੈਂ ਉਸ ਗੱਲ ਤੇ ਹੀ ਆਉਣ ਲੱਗਿਆ ਸੀ, ਮੈਂ ਗਗਨ ਜੀ ਉਸੇ ਗੱਲ ਤੇ ਹੀ ਆਉਣ ਲੱਗਿਆ ਸੀ ਵੀ ਭਰਤੀ ਵਕਤੀ ਤੌਰ ਤੇ ਕੀਤੇ ਸੀ, ਉਸ ਤੋਂ ਬਾਅਦ ਉਹਨਾਂ ਨੂੰ ਐਕਸਟੈਂਡ ਕਰਦੇ ਗਏ ਜਿਸ ਤਰ੍ਹਾਂ ਜ਼ਰੂਰਤ ਮਹਿਸੂਸ ਹੋਈ। ਵਕਤ ਦੀਆਂ ਸਰਕਾਰਾਂ, ਚਾਹੇ ਅਕਾਲੀ ਭਾਜਪਾ ਸਰਕਾਰ ਰਹੀ ਜਾਂ ਕੋਈ ਵੀ ਰਹੀ, ਮੈਂ ਕਹਿ ਰਿਹਾ ਮੈਂ ਇਹ ਗੱਲ ਕਹਿ ਰਿਹਾ ਸੀ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਨਹੀਂ, ਅਕਾਲੀ ਭਾਜਪਾ ਸਰਕਾਰ ਵੇਲੇ ਵੀ ਇਹ ਰੱਖੇ ਗਏ ਸੀ। ਹੁਣ ਅਗਲੀ ਗੱਲ ਇਹ ਹੈ ਕਿ ਜਿਹੜੇ ਤੁਸੀਂ ਕਹਿੰਦੇ ਹੋ ਵੀ ਕੈਪਟਨ ਸਾਹਿਬ ਨੇ, ਸੀਐਮ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਅਸੀਂ ਇਹਨਾਂ ਨੂੰ ਪੱਕੇ ਕਰਾਂਗੇ, ਬਿਲਕੁਲ ਪੱਕੇ ਕਰਦੇ ਆ, ਲੇਕਿਨ ਕਰਦੇ ਤਾਂ ਐਲੀਜੀਬਿਲਟੀ ਦੇ ਬੇਸ ਤੇ ਹੀ ਹੋਣਗੇ ਨਾ। ਗੱਲ ਸਮਝੋ, ਇੱਕ ਮਿੰਟ ਮੇਰੀ ਬੇਨਤੀ ਸੁਣ ਲਓ, ਮੈਂ ਤੁਹਾਡੀ ਗੱਲ 'ਚ ਨਹੀਂ ਬੋਲਿਆ ਸੀ, ਮੇਰੀ ਗੱਲ ਪੂਰੀ ਹਰਦੀਪ ਆਪਾਂ ਗੱਲ ਕਨਵਰ ਜੀ ਨੂੰ ਪੂਰੀ ਕਰਨ ਦੀ। ਹਰਦੀਪ ਰੁਕ ਜਾਓ ਕਨਵਰ। ਹਾਂ, ਮੇਰੀ ਗੱਲ ਮੈਨੂੰ ਪੂਰੀ ਕਰ ਲੈਣ, ਤੁਹਾਡਾ ਸ਼ਾਇਦ ਤੁਹਾਡਾ ਜਵਾਬ ਉਸੇ ਦੇ ਵਿੱਚ ਹੀ ਆ ਜੀ। ਗੱਲ ਇਹ ਹੈ ਵੀ ਜਦੋਂ ਇਹਨਾਂ ਨੂੰ ਭਰਤੀ ਕਰਨ ਦੀ ਗੱਲ ਹੋਈ ਸੀ, ਇਹ ਤਾਂ ਨਹੀਂ ਕਿਹਾ ਗਿਆ ਸੀਗਾ ਵੀ ਜੇ ਤੁਹਾਡੀ ਕਾਬਲੀਅਤ ਕੱਚੇ ਤੌਰ ਤੇ ਭਰਤੀ ਕਰਨ ਦੀ ਹੈ, ਵਲੰਟੀਅਰ ਦੀ ਹੈ, ਤਾਂ ਵੀ ਤੁਹਾਨੂੰ ਪੱਕੇ ਤੌਰ ਤੇ ਕੀਤਾ ਜਾਏਗਾ। ਦੇਖੋ ਨਾ, ਮੇਰੀ ਗੱਲ ਨੂੰ ਸਮਝੋ, ਜਦੋਂ ਕਿਸੇ ਨੂੰ ਪੱਕੀ ਨੌਕਰੀ ਮਿਲ ਜਾਂਦੀ ਹੈ, ਉਸ ਤੋਂ ਬਾਅਦ ਉਹਦੀ ਜਿਹੜੀ ਐਲੀਜੀਬਿਲਟੀ ਹੈ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਕਿੰਤੂ ਪਰੰਤੂ ਨਹੀਂ ਕੀਤਾ ਜਾਂਦਾ, ਜਦੋਂ ਉਹਨੂੰ ਪੱਕਾ ਕਰਨਾ ਹੁੰਦਾ। ਇਹ ਸਾਰੀਆਂ ਗੱਲਾਂ ਉਦੋਂ ਹੀ ਹੁੰਦੀਆਂ, ਸਾਰੇ ਮਾਪਦੰਡ ਉਦੋਂ ਹੀ ਤੈਅ ਕੀਤੇ ਜਾਂਦੇ ਆ ਕਿ ਕੀ ਇਹ ਜਿਹੜਾ ਵੀ ਕੋਈ ਅਧਿਆਪਕ ਹੈ ਜਾਂ ਜੋ ਵੀ ਕੋਈ ਕਰਮਚਾਰੀ ਹੈ, ਉਹ ਮਾਪਦੰਡਾਂ ਦੇ ਉੱਤੇ, ਪੈਰਾਮੀਟਰਸ ਦੇ ਉੱਤੇ ਪੂਰਾ ਉਤਰਦਾ ਕਿ ਨਹੀਂ ਉਤਰਦਾ। ਹੁਣ ਜੇ ਇਹ ਮੇਰੀ ਗੱਲ ਨੂੰ ਸਮਝੋ, 12ਵੀਂ ਪਾਸ ਆਪਣੇ ਬੇਰੁਜ਼ਗਾਰ ਅਧਿਆਪਕਾਂ ਨੂੰ ਜੇ ਰੱਖ ਲਿਆ ਵਲੰਟੀਅਰ, ਇਹਦਾ ਮਤਲਬ ਇਹ ਥੋੜੀ ਹੈ ਵੀ ਹੁਣ ਸਦਾ ਲਈ ਉਹਨਾਂ ਨੂੰ ਪੱਕੇ ਕਰਕੇ ਤੇ 40-40, 50-50 ਹਜ਼ਾਰ ਰੁਪਏ ਦੀ ਤਨਖਾਹ ਤੇ ਵੀ ਉਹੀ ਆਉਣਗੇ। ਇੱਕ ਮੇਰੀ ਗੱਲ ਸਮਝੋ, ਇੱਕ ਇਹੋ ਜਿਹਾ ਵਰਗ ਵੀ ਮੰਗ ਕਰਦਾ ਜਿਹੜਾ ਕਿ MSc B.Ed ਨਾਲ ਉਹਨਾਂ ਨੇ ਟੈਟ ਵੀ ਕਲੀਅਰ ਕੀਤੀ ਆ, ਉਹ ਵੀ ਹੁਣ ਪ੍ਰੋਟੈਸਟ ਕਰਦੇ ਨੇ ਕਿ ਸਾਡਾ ਹੱਕ ਕਿੱਥੇ ਆ। ਇਹ ਕਹਿੰਦੇ ਨੇ ਅਸੀਂ ਪੁਰਾਣੇ ਆ, ਸਾਡਾ ਹੱਕ ਕਿੱਥੇ ਆ। ਸਰਕਾਰ 8300, ਮੈਂ ਕਲੀਅਰ ਕਰ ਦਿਆਂ, ਇੱਕ ਮਿੰਟ ਮੇਰੀ ਬੇਨਤੀ ਸੁਣ ਲਓ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, 8300 ਜਿਹੜੇ ਆ ਨਾ ਰਿਕਰੂਟ ਕਰ ਰਹੀ ਹੈ ਟੀਚਰਸ ਨੂੰ, ਇਹ ਸਰਕਾਰ ਦੀ ਪਲਾਨਿੰਗ 'ਚ ਹੈਗਾ ਹੈ, ਠੀਕ ਹੈ। ਲੇਕਿਨ ਮੈਂ ਇਹ ਕਹਿਣਾ, ਬਿਲਕੁਲ ਤੁਹਾਡੀ ਗੱਲ ਨਾਲ ਤੇ ਮੈਂ ਇਹਨਾਂ ਦੀ ਗੱਲ ਨਾਲ ਵੀ ਭਾਜੀ ਹਰਦੀਪ ਜੀ ਦੀ ਗੱਲ ਨਾਲ ਸਹਿਮਤ ਹਾਂ ਕਿ ਜਿਹੜੇ ਬੇਰੁਜ਼ਗਾਰ ਨੇ ਉਸ ਤੋਂ ਕਿਤੇ ਜ਼ਿਆਦਾ ਨੇ। ਹੁਣ ਗੱਲ ਇਹ ਹੈ ਵੀ ਦੇਖੋ, ਆਫਟਰ ਆਲ ਜਿਹੜੀ ਵੀ ਕਿਸੇ ਨੂੰ ਨੌਕਰੀ ਮਿਲਣੀ ਹੈ ਸਰਕਾਰੀ, ਉਹ ਤਾਂ ਉਹਦੀ ਕਾਬਲੀਅਤ ਦੇ ਹਿਸਾਬ ਨਾਲ ਮਿਲਣੀ ਹੈ। ਹੁਣ ਜੇ ਇਹ ਕਹਿੰਦੇ ਆ, ਅੱਛਾ ਇੱਕ ਗੱਲ ਬੜੀ ਵੱਡੀ ਹੈ ਇਹਦੇ ਵਿੱਚ ਜਿਹੜੀ ਸਰਕਾਰ ਕਰ ਸਕਦੀ ਹੈ, ਔਰ ਦੇਖੋ ਸਰਕਾਰ ਨੂੰ ਕਿਸੇ ਨੂੰ ਵੀ ਆਪਣੀ ਬਦਨਾਮੀ ਕਰਾਉਣ ਦਾ ਕੋਈ ਸ਼ੌਂਕ ਨਹੀਂ ਹੁੰਦਾ। ਮੈਂ ਪਿਛਲੀਆਂ ਸਰਕਾਰਾਂ ਦੀ ਵੀ ਗੱਲ ਵਿੱਚ ਹੀ ਕਰੂੰਗਾ ਤੇ ਅੱਜ ਦੀ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਹੈ ਉਹਦੇ ਵੀ ਵਿੱਚ ਹੀ ਇਸ ਗੱਲ ਦੇ ਵਿੱਚ ਆ ਜਾਂਦਾ ਹੈ ਕਿ ਕਿਸੇ ਵੀ ਸਰਕਾਰ ਨੂੰ ਆਪਣੀ ਬਦਨਾਮੀ ਕਰਾਉਣ ਦਾ ਕੋਈ ਸ਼ੌਂਕ ਨਹੀਂ ਹੁੰਦਾ। ਮਸਲਾ ਇਸ ਗੱਲ ਦਾ ਹੈ ਵੀ ਜਿੰਨੀਆਂ ਵੈਕੈਂਸੀਆਂ ਹੋਣਗੀਆਂ, ਭਰਤੀਆਂ ਉਸੇ ਹਿਸਾਬ ਨਾਲ ਹੋਣੀਆਂ।
ਦੂਸਰੀ ਗੱਲ, ਜਿੰਨੀ ਕਾਬਲੀਅਤ ਕਿਸੇ ਦੀ ਹੋਏਗੀ ਉਹਨੂੰ ਉਸ ਹਿਸਾਬ ਨਾਲ ਹੀ ਕੰਮ ਮਿਲਣਾ ਹੈ। ਹੁਣ ਜੇ ਤੁਸੀਂ ਕਹੋ ਕਿ ਜਿੰਨੇ ਸਿੱਖਿਆ ਵਲੰਟੀਅਰ ਰੱਖੇ ਗਏ ਸੀ ਉਹਨਾਂ ਸਾਰਿਆਂ ਨੂੰ, ਕਿਉਂਕਿ ਇਹਨਾਂ ਦੀ ਡਿਮਾਂਡ ਜਿਹੜੀ ਹੈ ਨਾ, ਇਹਨਾਂ ਦੀ ਐਸੋਸੀਏਸ਼ਨ ਦੀ ਡਿਮਾਂਡ ਇਹ ਹੈ ਵੀ ਜਿਨ੍ਹਾਂ ਨੇ ਇਹ ਟੈਸਟ ਪਾਸ ਕੀਤੇ ਆ, ਐਲੀਜੀਬਿਲਿਟੀ ਟੈਸਟ ਜਿਨ੍ਹਾਂ ਨੇ ਪਾਸ ਕੀਤੇ ਆ ਉਹਨਾਂ ਨੂੰ ਵੀ ਰੱਖੋ, ਜਿਨ੍ਹਾਂ ਨੇ ਨਹੀਂ ਕੀਤੇ ਇੱਦਾਂ ਕਿੱਦਾਂ ਹੋ ਸਕਦਾ, ਜਿਹਨਾਂ ਨੇ ਨਹੀਂ ਕੀਤੇ ਉਹਨਾਂ ਨੂੰ ਵੀ ਉਸੇ ਤਰ੍ਹਾਂ ਮਤਲਬ ਪੱਕਿਆ ਕੀਤਾ ਜਾਵੇ। ਤੇ ਜਿਹੜੇ BSc BEd ਕਰਕੇ ਨਾਲ ਟੈਟ ਪਾਸ ਕਰਕੇ ਬੈਠੇ ਆ ਉਹਨਾਂ ਨੂੰ ਮੈਂ ਕਨਵਰ ਜੀ ਵਾਪਸ ਆਉਂਗਾ ਤੁਹਾਡੇ ਕੋਲ। ਕਲਸੀ ਬੱਚਿਆਂ ਦੇ ਸਿੱਖਿਆ ਮਾਹਰ ਦੇ ਬਿਲਕੁਲ ਚਲੰਤ ਜਿਹੜੇ ਪੂਰੀ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਹਦੇ ਉੱਤੇ ਵੀ ਪੂਰੀ ਬਾਜ਼ ਆਖ ਰੱਖਦੇ ਨੇ। ਕਲਸੀ ਜੀ ਤੁਸੀਂ ਸਾਰੀਆਂ ਗੱਲਾਂ ਸੁਣੀਆਂ, ਹਰਦੀਪ ਜੀ ਦੀ ਵੀ ਗੱਲ ਸੁਣੀ ਹੈ ਤੇ ਕਨਵਰ ਜੀ ਦੀ ਵੀ ਗੱਲ ਸੁਣੀ ਹੈ ਕਿ ਕਿਵੇਂ ਉਹਨਾਂ ਨੇ ਆਪਣੇ ਵੱਲੋਂ ਜਿਹੜਾ ਪੱਖ ਰੱਖਿਆ ਸਰਕਾਰ ਦਾ। ਪਰ ਇੱਕ ਗੱਲ ਤਾਂ ਸਾਫ਼ ਹੈ ਕਿ ਜਿਵੇਂ ਜਿਹੜੀਆਂ ਚੀਜ਼ਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਗਏ ਸੀ, ਹਮੇਸ਼ਾ ਹਰ ਇੱਕ ਪਾਰਟੀ ਦੇ ਵੱਲੋਂ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਜਦੋਂ ਅਖੀਰ ਆਪਣੀਆਂ ਚੋਣਾਂ ਦਾ ਸਮਾਂ ਹੁੰਦਾ ਹੈ ਕਿ ਅਸੀਂ ਬਿਨਾਂ ਸ਼ਰਤ ਪੱਕੇ ਕਰ ਦਾਂਗੇ, ਤਾਂ ਉਸ ਤੋਂ ਬਾਅਦ ਬੜੀਆਂ ਤਰ੍ਹਾਂ ਦੀਆਂ ਚੀਜ਼ਾਂ ਕੱਢ ਲਈਆਂ ਜਾਂਦੀਆਂ ਨੇ, ਟਰਮ ਐਂਡ ਕੰਡੀਸ਼ਨ ਕੱਢ ਲਈਆਂ ਜਾਂਦੀਆਂ ਨੇ, ਇੱਦਾਂ ਉੱਦਾਂ ਬਹੁਤ ਚੀਜ਼ਾਂ ਆ ਜਾਂਦੀਆਂ ਨੇ। ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ? ਕਿਉਂਕਿ ਇੱਕ ਚੀਜ਼ ਹੈ ਕਿ 6000 ਦੇ ਨਾਲ ਤਾਂ ਦੇਖੋ ਗੁਜ਼ਾਰਾ ਬਿਲਕੁਲ ਹੀ ਮੁਸ਼ਕਲ ਹੈ ਔਰ ਮੈਨੂੰ ਲੱਗਦਾ ਨਾਮੁਮਕਿਨ ਹੀ ਹੈ ਅੱਜ ਦੀ ਡੇਟ ਦੇ ਵਿੱਚ। ਤਾਂ ਘੱਟੋ ਘੱਟ ਉਹਨਾਂ ਨੂੰ ਜੇ ਲਿੰਗਰ ਔਨ ਵੀ ਮੈਂ ਗਗਨ ਜੀ ਇੱਥੇ ਤੁਹਾਨੂੰ ਇੰਟਰਪਟ ਕਰਨਾ ਚਾਹੂੰਗਾ, ਸੌਰੀ ਤੁਹਾਨੂੰ ਮੈਂ ਇੰਟਰਪਟ ਕਰਨਾ ਚਾਹੂੰਗਾ। ਸਰਕਾਰ ਵੱਲੋਂ ਇਹਨਾਂ ਨੂੰ ਇੱਕ ਆਫਰ ਇਹ ਵੀ ਦਿੱਤੀ ਗਈ ਸੀ ਕਿ 10,000 ਰੁਪਏ ਤੇ ਪੱਕਾ ਕਰ ਲਓ, 10,000 ਰੁਪਏ ਤੁਹਾਨੂੰ ਦਿੱਤਾ ਜਾਏਗਾ। ਇਹ ਨਹੀਂ ਮੰਨੇ, ਇਹ ਕਹਿੰਦੇ ਅਸੀਂ ਤਾਂ ਜਿਹੜੀ ਪੂਰੀ ਕਨਵਰ ਜੀ 10,000 ਤੇ ਵੀ ਔਖਾ। ਚਲੋ ਆਪਾਂ ਕਲਸੀ ਜੀ ਦਾ ਲੈ ਲਈਏ। ਮੈਂ ਬਿਲਕੁਲ ਔਖਾ, ਵਾਪਸ ਆਉਣਾ ਤੁਹਾਡੇ ਕੋਲ। ਗੱਲ ਸਮਝੋ ਨਾ, ਜੇ ਪੱਕੇ ਹੋਣਾ ਤਾਂ ਪੱਕੇ ਤਾਂ ਕਾਬਲੀਅਤ ਤੇ ਆਧਾਰ ਤੇ। ਮੈਂ ਕਨਵਰ ਜੀ ਵਾਪਸ ਆਉਣਾ, ਸਾਨੂੰ ਸਮਾਂ ਦਿਓ ਥੋੜਾ ਜਿਹਾ, ਤੁਹਾਡੇ ਕੋਲ ਵਾਪਸ ਆਉਂਦੇ ਆ। ਕਲਸੀ ਜੀ ਦਾ ਕਮੈਂਟ ਲਈਏ ਜੀ। ਬਿਲਕੁਲ ਗਗਨ ਜੀ, ਗੱਲ ਇਹ ਹੈਗੀ ਹੈ ਕਿ ਮੈਂ ਇਹਨਾਂ ਦੀ ਗੱਲ ਨਾਲ ਬਿਲਕੁਲ ਮੁਤਫਿਕ ਨਹੀਂ ਹੈਗਾ। ਜੇ ਤਾਂ ਟੀਚਰ 6000 ਲੈ ਰਹੇ ਨੇ ਤੇ ਪੱਕੇ ਦੀ ਮੰਗ ਨਹੀਂ ਕਰਦੇ, ਫਿਰ ਬੜੇ ਵਧੀਆ ਅਧਿਆਪਕ ਨੇ। 16 ਸਾਲ ਤੋਂ ਪੜ੍ਹਾ ਰਹੇ ਨੇ, ਇਹਨਾਂ ਦੇ ਅਧਿਆਪਨ ਦੇ ਉੱਪਰ ਕੋਈ ਕਿੰਤੂ ਪਰੰਤੂ ਨਹੀਂ ਇਹਨਾਂ ਨੂੰ। ਮੇਰੀ ਗੱਲ ਸੁਣੋ, 16 ਸਾਲ ਤੋਂ ਬੱਚਿਆਂ ਨੂੰ ਜਿਹੜਾ ਅਧਿਆਪਕ ਪੜ੍ਹਾ ਰਿਹਾ ਹੈ, ਜਿਨ੍ਹਾਂ ਦੇ ਸਿਰ ਤੇ ਇਹਨਾਂ ਦੀ ਸਰਕਾਰ ਕਹਿੰਦੀ ਕਿ ਨੰਬਰ 1 ਦੀ ਐਜੂਕੇਸ਼ਨ ਪੰਜਾਬ ਦੀ ਹੋਗੀ, ਇਹਨਾਂ ਦੇ ਸਿਰ ਤੇ ਹੋਈ ਨਾ। ਜੇ ਉਹ 6000 ਲੈਂਦੇ ਰਹਿਣ ਤੇ ਇਦਾਂ ਹੀ ਕੰਮ ਕਰਦੇ ਰਹਿਣ, ਇਹਨਾਂ ਵਾਸਤੇ ਨੰਬਰ 1 ਨੇ। ਠੀਕ ਹੈ। ਜੇ ਉਹ ਕਹਿਣ ਤਨਖਾਹ ਵੱਧ ਦਿਓ ਤੇ ਪੱਕੇ ਕਰੋ, ਫਿਰ ਇਹਨਾਂ ਦੀ ਐਲੀਜੀਬਿਲਟੀ ਦੇਖਣੀ ਹੈ ਵੀ ਹੁਣ ਕਿਵੇਂ ਐਲੀਜੀਬਲ ਆ, ਉਹ ਹੁਣ ਕਿਵੇਂ ਪੜ੍ਹਾ ਰਹੇ ਉਹ। ਇਹ ਕੁਐਸਚਨ ਮੈਂ ਪੁੱਛਦਾ ਇਹਨਾਂ ਨੂੰ, ਕਾਂਗਰਸ ਦੇ ਨੁਮਾਇੰਦਿਆਂ ਨੂੰ, ਕਿ ਅੱਜ ਦੀ ਡੇਟ ਕਿਵੇਂ ਉਹ ਪੜ੍ਹਾ ਰਹੇ ਨੇ। ਫਿਰ ਇਹਦਾ ਮਤਲਬ ਤੁਸੀਂ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹੋ ਤੁਸੀਂ। ਇਹਦਾ ਮਤਲਬ ਤੁਸੀਂ ਹੁਣ ਤੁਹਾਨੂੰ ਪੱਕੇ ਕਰਨ ਵੇਲੇ ਯਾਦ ਆ ਗਈ ਉਹਨਾਂ ਦੀ ਐਲੀਜੀਬਿਲਟੀ ਜੋ ਰੱਖੇ ਸੀ, ਉਹ ਐਲੀਜੀਬਿਲਟੀ ਕਿਉਂ ਨਹੀਂ ਯਾਦ ਆਈ ਤੁਹਾਨੂੰ ਵੀ ਕਿਸ ਐਲੀਜੀਬਿਲਟੀ ਦੇ ਉੱਪਰ ਟੀਚਰ ਭਰਤੀ ਕੀਤੇ ਜਾਣੇ ਚਾਹੀਦੇ ਸੀਗੇ। ਇਹ ਸਰਕਾਰਾਂ ਦੀ ਪ੍ਰਾਇੋਰਟੀ ਹੁੰਦੀ ਨਾ ਗਗਨ ਜੀ, ਵੀ ਕਿਸ ਚੀਜ਼ ਨੂੰ ਪ੍ਰਾਇੋਰਟੀ ਦੇਣੀ ਹੈ। ਸਿੱਖਿਆ ਨੂੰ ਪ੍ਰਾਇੋਰਟੀ ਨਹੀਂ ਹੈ ਇਹਨਾਂ ਦੀ। ਇਹ ਆਪਦੇ ਪੱਤੇ ਆਪਦੀਆਂ ਪੈਨਸ਼ਨਾਂ ਦਾ 5 ਲੈ ਸਕਦੇ ਨੇ। ਤੁਹਾਡੀ ਕੁਆਲੀਫਿਕੇਸ਼ਨ ਕੀ ਹੁੰਦੀ ਹੈ? ਇਹਨਾਂ ਪੁੱਛਦਾ ਇਹਨਾਂ ਦੀ ਕੁਆਲੀਫਿਕੇਸ਼ਨ ਕੀ ਹੁੰਦੀ ਹੈ? ਜਦੋਂ ਇਹ ਆਪਦੀਆਂ ਪੈਨਸ਼ਨਾਂ ਲਾਉਂਦੇ ਨੇ, ਆਪਦੇ ਪੱਤੇ ਇਨਕਰੀਜ਼ ਕਰਦੇ ਨੇ, ਤੁਹਾਡੀ ਕੁਆਲੀਫਿਕੇਸ਼ਨ ਕੀ ਹੁੰਦੀ ਹੈ? ਇਹ ਦੱਸ ਦਿਓ। ਚਲੋ ਕਨਵਰ ਜੀ, ਤੁਸੀਂ ਸਾਰੇ ਸਵਾਲ ਤੁਹਾਡੇ ਵੱਲ ਹੀ ਆ ਰਹੇ ਨੇ ਅੱਜ, ਕਿਉਂਕਿ ਤੁਸੀਂ ਉਹੀ ਨੁਮਾਇੰਦੇ ਹੋ ਇੱਥੇ ਸਾਡੇ ਪੈਨਲ ਦੇ ਵਿੱਚ। ਬਿਲਕੁਲ ਜੀ, ਬਿਲਕੁਲ। ਮੈਂ ਵੈਲਕਮ ਕਰਦਾ। ਗੱਲਾਂ ਕਲਸੀ ਜੀ ਦੀਆਂ ਬਿਲਕੁਲ ਸਹੀ ਨੇ। ਜੇ ਤੁਸੀਂ ਪਾਰਟੀ ਤੋਂ ਥੋੜਾ ਜਿਹਾ ਆਪਣੇ ਆਪ ਨੂੰ ਇੱਕ ਆਮ ਸਿਵਿਲੀਅਨ ਦੇ ਤੌਰ ਤੇ ਜੇ ਸਮਝ ਕੇ ਦੇਖੋ, ਮੈਂ ਕਹਿੰਦਾ ਸਿਆਸੀ ਗੱਲਾਂ ਤੋਂ ਉੱਪਰ ਉੱਠ ਕੇ ਆਪਾਂ ਹਿਊਮਨ ਗਰਾਊਂਡਸ ਦੇ ਉੱਤੇ ਗੱਲ ਕਰੀਏ, ਛੱਡੋ ਬਾਕੀ ਸਾਰੀਆਂ ਗੱਲਾਂ। ਹੁਣ ਇਹਨਾਂ ਦੀ ਗੱਲ ਦਾ ਜਿਹੜਾ ਜਵਾਬ ਹੈ, ਦੇਖੋ ਮੇਰੀ ਗੱਲ ਨੂੰ ਸਮਝੋ। ਮੈਂ ਫੇਰ ਕਹਿਣਾ, ਸਰਕਾਰ ਨੇ 10,000 ਰੁਪਇਆ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਹਾਲਾਂਕਿ ਕੱਚੇ ਤੁਹਾਨੂੰ ਰੱਖਿਆ ਸੀ, ਵਲੰਟੀਅਰ ਰੱਖਿਆ ਸੀ, ਕੋਈ ਪੱਕੀ ਨੌਕਰੀ ਕਹਿ ਕੇ ਦੱਸਿਆ ਸੀ ਵੀ ਭਾਈ ਕੱਚੇ ਹੋ ਤੇ ਤੁਹਾਡੀ ਜਿਹੜੀ ਕਾਬਲੀਅਤ ਉਸ ਮੁਤਾਬਕ ਨਹੀਂ ਹੈ ਕਿ ਤੁਹਾਨੂੰ ਵੀ ਪਤਾ ਹੈ। ਦੇਖੋ ਨਾ, ਟੀਚਰਸ ਨੂੰ ਵੀ ਸਾਰਿਆਂ ਨੂੰ ਪਤਾ। ਮੈਂ ਕਿਸੇ ਨੂੰ ਮੈਂ ਕਿਸੇ ਨੂੰ ਡੋਮੀਨੇਟ ਕਰਨ ਲਈ ਗੱਲ ਨਹੀਂ ਮੈਂ ਕਰ ਰਿਹਾ, ਮੈਂ ਤਾਂ ਜੈਨੂਇਨ ਗੱਲ ਕਰ ਰਿਹਾ। ਤੇ 10,000 ਰੁਪਇਆ ਆਫਰ ਕੀਤਾ ਗਿਆ ਸੀ ਵੀ 10,000 ਰੁਪਇਆ ਤੁਹਾਡੀ ਤਨਖਾਹ ਹੋ ਜਾਏਗੀ ਤੇ ਇਹ ਤੁਸੀਂ ਕੱਚੇ ਹੀ ਰਹੋਗੇ, ਉਹਦੇ ਵਿੱਚ ਜਿਹੜਾ ਤੁਸੀਂ 10,000 ਰੁਪਇਆ ਤੁਹਾਨੂੰ ਮਹੀਨਾ ਉਹ ਹਰੇਕ ਨੂੰ ਮਿਲੇਗਾ। ਇਹ ਕਹਿੰਦੇ ਕਿ ਨਹੀਂ, ਸਾਨੂੰ ਤਾਂ ਜੀ ਸਾਡੇ ਕਿਉਂਕਿ ਤਜਰਬੇ ਦੇ ਆਧਾਰ ਤੇ ਅਸੀਂ ਪੁਰਾਣੇ ਆ, ਸਾਨੂੰ ਇੰਨੇ ਸਾਲ ਹੋ ਗਏ। ਤਾਂ ਉਹਦੇ ਵਿੱਚ ਫਿਰ ਸਰਕਾਰ ਨੇ ਇਹਨਾਂ ਨੂੰ ਇਹ ਗੱਲ ਕਹੀ ਕਿ ਦੇਖੋ ਟੈਸਟ ਹੋਣਗੇ, ਟੈਸਟ ਦੇ ਵਿੱਚੋਂ ਜਿਹੜਾ ਪਾਸ ਕਰਕੇ ਆਏਗਾ, ਜਿਹੜਾ ਬੰਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਦੇ ਵਿੱਚ ਫਾਲ ਕਰਦਾ ਹੋਏਗਾ, ਉਹ ਤਾਂ ਫਿਰ ਉਸੇ ਨੂੰ ਮਿਲਣੀ ਹੈ। ਉਸ ਤੋਂ ਬਾਅਦ ਜਿਹੜਾ ਤਜਰਬੇ ਦੀ ਗੱਲ ਕਰਦੇ ਨੇ, ਜਿਹੜੇ ਆਪਣੇ ਕਹਿੰਦੇ ਨੇ ਵੀ ਸਾਨੂੰ ਇੰਨੇ ਸਾਲ ਹੋ ਗਏ, ਉਹ ਤਜਰਬੇ ਦੇ ਅੰਕ ਵੱਖਰੇ ਜੁੜ ਰਹੇ ਨੇ। ਦੇਖੋ ਨਾ, ਮੇਰੀ ਗੱਲ ਨੂੰ ਸਮਝੋ, ਇਹ ਕੋਈ ਛੋਟੀ ਗੱਲ ਤਾਂ ਨਹੀਂ ਹੈ। ਹੁਣ ਤੁਸੀਂ ਇੱਕ ਗੱਲ ਦੱਸੋ ਵੀ ਕੀ ਟੀਚਰਸ ਨੂੰ ਸੈਟੀਸਫਾਈ ਕਰਨ ਦੇ ਲਈ ਤੁਸੀਂ ਇਸ ਗੱਲ ਨਾਲ ਮੈਨੂੰ ਦਿਲ ਤੇ ਹੱਥ ਰੱਖ ਕੇ ਜਵਾਬ ਦਿਓ, ਤੁਸੀਂ ਗਗਨ ਜੀ ਇਸ ਗੱਲ ਨਾਲ ਸਹਿਮਤ ਹੋ ਕਿ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਦਿਆ ਜਾਵੇ? ਜਿਹੜੇ ਟੀਚਰ ਇੰਨੇ ਕਾਬਲੀਅਤ ਵੀ ਨਹੀਂ ਰੱਖਦੇ, ਜਿਹੜੇ ਟੈਸਟ ਪਾਸ ਕਰ ਜਾਣ, ਤੇ ਉਹਨਾਂ ਨੂੰ ਵੀ ਉਹਨਾਂ ਬੱਚਿਆਂ ਦੇ ਭਵਿੱਖ ਨੂੰ ਉਹਨਾਂ ਦੇ ਸਵਾਲ ਤਾਂ ਵੱਡਾ ਇਹ ਹੈ ਨਾ ਕਿ ਹੁਣ ਤਾਂ ਅਧਿਆਪਕਾਂ ਦੇ ਵੱਲੋਂ ਜਦੋਂ ਆਪਣੇ ਨੂੰ ਪੱਕੇ ਕਰਨ ਦੀ ਗੱਲ ਕੀਤੀ ਗਈ, ਪ੍ਰਦਰਸ਼ਨ ਕੀਤੇ ਗਏ ਨੇ, ਉਦੋਂ ਇਹ ਚੀਜ਼ਾਂ ਉੱਠੀਆਂ ਨੇ। ਇੰਨੇ ਸਾਲਾਂ ਤੋਂ ਤਾਂ ਅਧਿਆਪਕ ਪੜ੍ਹਾ ਹੀ ਰਹੇ ਨੇ ਬੱਚਿਆਂ ਨੂੰ। ਨਹੀਂ, ਇੰਨੇ ਸਾਲਾਂ ਤੋਂ ਅਧਿਆਪਕ ਪੜ੍ਹਾ ਰਹੇ ਨੇ, ਪਰ ਇੰਨੇ ਸਾਲਾਂ ਤੋਂ ਜਿਹੜੇ ਅਧਿਆਪਕਾਂ ਨੇ ਐਲੀਜੀਬਿਲਿਟੀ ਕ੍ਰਾਈਟੇਰੀਆ ਨੂੰ, ਇੱਕ ਮਿੰਟ, ਜਿਹੜੇ ਅਧਿਆਪਕ ਐਲੀਜੀਬਿਲਿਟੀ ਕ੍ਰਾਈਟੇਰੀਆ ਨੂੰ ਮੈਚ ਕਰਦੇ ਸੀ, ਉਹਨਾਂ ਦੀਆਂ ਭਰਤੀਆਂ ਵੀ ਤਾਂ ਹੋਈਆਂ ਨੇ ਨਾ।
ਇਹ ਥੋੜੀ ਵੀ ਸਾਰਾ ਕੰਮ ਉਹਨਾਂ ਦੇ ਸਿਰ ਤੇ ਹੀ ਸੱਟਿਆ ਹੋਇਆ। ਉਹ ਤਾਂ ਵਲੰਟੀਅਰ ਨੇ, ਗੱਲ ਨੂੰ ਸਮਝੋ। ਇੱਕ ਹੁੰਦੀ ਆ ਮੇਨ ਜੌਬ, ਇੱਕ ਹੁੰਦਾ ਨਾਲ ਸਹਾਇਕ। ਇਹਨਾਂ ਦੀਆਂ ਜਿਹੜੀਆਂ ਭਰਤੀਆਂ ਸਹਾਇਕ ਦੇ ਤੌਰ ਤੇ, ਨਾ ਕਿ ਕਿਸੇ ਮੇਨ ਰੋਲ ਦੇ ਵਿੱਚ ਇਹ ਸੀਗੇ, ਨਾ ਕਿ ਇਹਨਾਂ ਦੇ ਮੋਢਿਆਂ ਤੇ ਸਾਰਾ ਐਜੂਕੇਸ਼ਨ ਪੰਜਾਬ ਦੀ ਦਾ ਭਾਰ ਦਿੱਤਾ ਗਿਆ ਸੀ। ਇਹ ਨਹੀਂ ਹੈ ਨਾ, ਗੱਲ ਨੂੰ ਸਮਝੋ। ਹਰਦੀਪ ਜੀ ਤੋਂ ਤੁਸੀਂ ਇਸ ਗੱਲ ਨੂੰ ਇਸ ਤਰ੍ਹਾਂ ਕਿਉਂ ਲੈਂਦੇ ਹੋ ਕਿ ਸਾਰਾ ਪੰਜਾਬ ਇਹਨਾਂ ਨੇ ਪੜਾਤਾ? ਹਰਦੀਪ ਜੀ ਤੋਂ ਸਮਝੀਏ, ਇਹ ਆਪ ਹੀ ਅਧਿਆਪਕ ਨੇ ਤੇ ਜਥੇਬੰਦੀ ਨਾਲ ਵੀ ਜੁੜੇ ਹੋਏ ਨੇ। ਹਰਦੀਪ ਜੀ ਤੋਂ ਸਮਝੀਏ ਜਿਹੜੀਆਂ ਚੀਜ਼ਾਂ ਤੁਸੀਂ ਕਹਿ ਰਹੇ ਹੋ। ਹਰਦੀਪ ਜੀ ਜਿਹੜਾ ਸੌਖਾ ਕਰਕੇ ਸਮਝਾਓ। ਕਨਵਰ ਜੀ ਜੋ ਚੀਜ਼ਾਂ ਕਹਿ ਰਹੇ ਨੇ, ਉਹ ਕਹਿੰਦੇ ਇਹ ਸਹਾਇਕ ਨੇ, ਇਹਨਾਂ ਦੇ ਮੋਢਿਆਂ ਤੇ ਐ ਨਹੀਂ ਆ ਕਿ ਪੂਰਾ ਭਾਰ ਇਹਨਾਂ ਦੇ ਮੋਢਿਆਂ ਤੇ ਸੀਗਾ। ਪਹਿਲੀ ਗੱਲ ਤਾਂ ਜੀ ਬਹੁਤ ਕਹਿ ਲਈਏ ਹਾਸੋਹੀਣੀ ਪੋਜੀਸ਼ਨ ਆ ਕਿ ਜਦੋਂ ਤਾਂ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਧਰਨੇ 'ਚ ਬਹਿ ਕੇ ਗੱਲ ਕਰਕੇ ਆਉਂਦੇ ਨੇ, ਉਦੋਂ ਪ੍ਰੋਮਿਸ ਕਰਦੇ ਨੇ ਕਿ ਤੁਹਾਨੂੰ ਪੱਕੇ ਕਰਾਂਗੇ। ਜਦੋਂ ਇਹ ਪ੍ਰੋਮਿਸ ਕਰ ਦਿੱਤਾ, ਉਸ ਤੋਂ ਬਾਅਦ ਉਹਨਾਂ ਨੂੰ ਵਲੰਟੀਅਰ ਕਹਿਣ ਦਾ ਜਾਂ ਉਹ ਐਲੀਜੀਬਲ ਨਹੀਂ ਹੈ, ਇਹ ਕੋਈ ਮਤਲਬ ਨਹੀਂ ਬਣਦਾ ਹੈਗਾ। ਹਰਦੀਪ, ਕਨਵਰ ਜੀ ਤੁਸੀਂ ਸਮਝ ਗਏ ਨਾ? ਕਨਵਰ ਜੀ ਤੁਸੀਂ ਜ਼ਰੂਰ ਸੁਣਿਓ ਇਹ ਚੀਜ਼ਾਂ। ਅਗਲੀ ਗੱਲ ਮੈਂ ਸੁਣ ਰਿਹਾ ਜੀ। ਅਗਲੀ ਗੱਲ, ਜਦੋਂ ਪ੍ਰੀ ਪ੍ਰਾਇਮਰੀ ਦਾ ਕਲਾਸਾਂ ਸ਼ੁਰੂ ਕੀਤੀਆਂ ਨੇ, ਉਹ ਟੋਟਲ ਕਲਾਸਾਂ ਇਹਨਾਂ ਵਲੰਟੀਅਰਾਂ ਦੁਆਰਾ ਚਲਾਈਆਂ ਜਾ ਰਹੀਆਂ ਨੇ। ਇਸ ਤੋਂ ਅਗਲੀ ਗੱਲ, ਜੇ ਅਸੀਂ ਕਹਿੰਦੇ ਆ ਕਿ ਇਹ ਅਧਿਆਪਕ ਯੋਗ ਨਹੀਂ ਹੈ, ਤਾਂ 18 ਸਾਲ ਲਗਭਗ ਜਿਹੜਾ ਪੰਜਾਬ ਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਦੀ ਰਹੀ। ਉਸ ਤੋਂ ਅਗਲੀ ਗੱਲ ਕਿ ਜਦੋਂ ਕਿਸੇ ਵਿਧਾਇਕ ਦੇ ਬੱਚੇ ਨੂੰ ਨੌਕਰੀ ਦਿੱਤੀ ਜਾਂਦੀ ਹੈਗੀ ਆ, ਉਦੋਂ ਕਿਹੜੀਆਂ ਕੁਆਲੀਫਿਕੇਸ਼ਨਾਂ, ਕਿਹੜੇ ਟੈਸਟ ਰੱਖੇ ਜਾਂਦੇ ਹੈਗੇ ਨੇ। ਇਸ ਤੋਂ ਅਗਲੀ ਗੱਲ, ਜਦੋਂ ਇੱਕ MLA ਹੈਗਾ, ਚਾਹੇ 2 ਦਿਨ ਦੇ ਲਈ MLA ਬਣੇ, ਉਸ ਤੋਂ ਬਾਅਦ ਰਿਜ਼ਾਈਨ ਦੇ ਦੇ, ਇੱਕ ਪੈਨਸ਼ਨ ਲੱਗ ਜਾਂਦੀ ਆ। ਦੂਜੀ ਵਾਰ ਬਣੇ, 2 ਪੈਨਸ਼ਨ ਲੱਗ ਜਾਂਦੀ ਆ। ਪੰਜਾਬ ਦੇ ਮੁਲਾਜ਼ਮਾਂ ਲਈ 2004 ਤੋਂ ਬਾਅਦ ਪੈਨਸ਼ਨ ਬੰਦ ਕੀਤੀ ਹੈ, ਤੇ ਵਿਧਾਇਕ ਜਾਂ ਮੈਂਬਰ ਪਾਰਲੀਮੈਂਟ ਜਿੰਨੇ ਵਾਰ ਜੌਬ ਬਣੂਗਾ, ਆਪਣਾ ਚੁਣਿਆ ਜਾਊਗਾ, ਉਨੀਆਂ ਪੈਨਸ਼ਨਾਂ। ਸੋ ਇਹ ਦੋਹਰੇ ਤਰ੍ਹਾਂ ਦੇ ਮਾਪਦੰਡ ਕਾਹਦੇ ਲਈ ਹੈਗੇ ਨੇ। ਇਸ ਕਰਕੇ ਜਿਹੜਾ ਇਸ ਸਰਕਾਰ ਵੱਲੋਂ ਆਖਿਆ ਜਾ ਰਿਹਾ ਕਿ ਅਸੀਂ ਕੁਆਲੀਫਾਈਡ ਟੀਚਰਾਂ ਨੂੰ ਲੈਣਾ, ਮੈਂ ਇਹਦੇ ਨਾਲ ਜੁੜਦੀ ਦੂਜੀ ਉਦਾਹਰਨ ਦਊਂਗਾ। ਇਸੇ ਹਫ਼ਤੇ ਦੇ ਵਿੱਚ 4 ਕੁ ਦਿਨ ਪਹਿਲਾਂ ਪਟਿਆਲੇ ਮੋਤੀ ਮਹਿਲ ਦੇ ਸਾਹਮਣੇ ਜਿਸ ਤਰ੍ਹਾਂ ਬੱਚੀਆਂ ਨੂੰ ਚੱਕ ਕੇ ਬੱਸਾਂ ਦੇ ਵਿੱਚ ਸੁੱਟਿਆ ਗਿਆ, ਜਿਸ ਤਰ੍ਹਾਂ ਉਹਨਾਂ ਨੂੰ ਰਾਤ ਨੂੰ ਸੜਕਾਂ ਦੇ ਉੱਤੇ ਛੱਡਿਆ ਗਿਆ, ਚੱਕ ਕੇ ਲਾਠੀ ਚਾਰਜ ਹੋਇਆ, ਗ੍ਰਿਫਤਾਰੀਆਂ ਹੋਈਆਂ, ਉਹ ਟੀਚਰ ਨੇ ਜਿਹੜੇ ਪੂਰੀ ਤਰ੍ਹਾਂ ਕੁਆਲੀਫਾਈਡ ਨੇ, ਸਭ ਟੈਟ ਵੀ ਪਾਸ ਕੀਤੇ ਨੇ, ਉਹਨਾਂ ਨੇ ਸਾਰੀਆਂ ਯੋਗਤਾਵਾਂ ਪੂਰੀਆਂ ਕੀਤੀਆਂ ਨੇ। ਤੇ ਇਹ ਸਰਕਾਰ ਨੇ 4.5 ਸਾਲਾਂ ਦੇ ਵਿੱਚ ਸਾਬਤ ਕਰ ਦੇਣ ਇਹ ਇੱਕ ਵੀ ਪ੍ਰਾਇਮਰੀ ਟੀਚਰ ਦੀ ਭਰਤੀ ਕੀਤੀ ਹੋਵੇ, ਜਿਹੜੀ ਸਿੱਖਿਆ ਦੀ ਬੁਨਿਆਦ ਪ੍ਰਾਇਮਰੀ ਤੇ ਖੜੀ ਹੈਗੀ ਆ। ਸਭ ਤੋਂ ਪਹਿਲਾਂ ਜਿਹੜਾ ਬੱਚਾ ਪ੍ਰਾਇਮਰੀ ਦੇ ਵਿੱਚ ਜਾਂਦਾ, ਉੱਥੇ 4.5 ਸਾਲਾਂ ਦੇ ਵਿੱਚ ਕੋਈ ਵੀ ਪ੍ਰਾਇਮਰੀ ਟੀਚਰ ਭਰਤੀ ਨਹੀਂ ਹੋਇਆ ਹੈਗਾ। ਫਿਰ ਕਿਵੇਂ ਅਸੀਂ ਕਹਿ ਸਕਦੇ ਹਾਂ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰੋਵਾਈਡ ਕਰ ਸਕਦੇ ਆ? 6 ਮਹੀਨੇ ਤੋਂ ਵੱਧ ਸਮਾਂ ਹੋ ਗਿਆ, ਸਿੱਖਿਆ ਮੰਤਰੀ ਦੇ ਸੰਗਰੂਰ ਵਾਲੀ ਕੋਠੀ ਦੇ ਸਾਹਮਣੇ ਉਹ ਜਿੰਨੇ ਬੈਠੇ ਨੇ ਸਾਰੇ ਦੇ ਸਾਰੇ ਹਾਇਰ ਕੁਆਲੀਫਾਈਡ ਟੀਚਰ ਹੈਗੇ ਨੇ। ਸੋ ਉਹਨਾਂ ਦੀ ਜਿਹੜੀ ਭਰਤੀ ਸ਼ੁਰੂ ਵੀ ਕੀਤੀ ਸੀ, 2300 ਦੇ 2364 ਪੋਸਟਾਂ ਸੀ, ਉਹਨੂੰ ਕਹਿ ਲਈਏ ਕਿ ਕਾਨੂੰਨੀ ਅੜਚਣਾਂ ਦੇ ਵਿੱਚ ਇਸ ਤਰ੍ਹਾਂ ਫਸਾ ਦਿੱਤਾ ਹੈਗਾ। ਸਾਡੇ ਸਿੱਖਿਆ ਸਕੱਤਰ ਸਾਹਿਬ ਬਹੁਤ ਮਾਹਰ ਨੇ ਇਸ ਗੱਲ ਦੇ ਵਿੱਚ ਕਿ ਬੇਰੁਜ਼ਗਾਰਾਂ ਦੇ ਇੱਕ ਵਰਗ ਨੂੰ ਦੂਜੇ ਦੇ ਉਲਟ ਖੜੇ ਕਰ ਦੇਣਾ, ਵਲੰਟੀਅਰਾਂ ਨੂੰ ਬੇਰੁਜ਼ਗਾਰਾਂ ਦੇ ਉਲਟ ਤੇ ਬੇਰੁਜ਼ਗਾਰਾਂ ਨੂੰ ਉਹਦੇ ਖਿਲਾਫ, ਇਸ ਤਰ੍ਹਾਂ ਦੇ ਕੰਟਰਾਡਿਕਟਰੀ ਕਹਿ ਲਈਏ ਫੈਸਲੇ ਕਰਦੇ ਨੇ, ਜਿਹਦੇ ਕਰਕੇ ਜਿਹੜੀ ਭਰਤੀ ਹੋਣੀ ਵੀ ਸੀ ਉਹ ਵੀ ਕੋਰਟ ਦੇ ਵਿੱਚ ਲਮਕੀ ਹੋਈ ਹੈਗੀ ਆ। ਇਸ ਕਰਕੇ ਜਿਹੜਾ ਇਹ ਖਾਸ ਤੌਰ ਤੇ ਸਾਡੇ ਸਿੱਖਿਆ ਸਕੱਤਰ ਹਰ ਤਰ੍ਹਾਂ ਦੀ ਕਹਿ ਲਈਏ ਪਲਾਨਿੰਗ ਇਸ ਤਰ੍ਹਾਂ ਦੀ ਬਣਾ ਕੇ ਪੇਸ਼ ਕਰਦੇ ਨੇ। ਚਾਹੇ ਪਹਿਲਾਂ ਅਧਿਆਪਕਾਂ ਦੀ ਤਨਖਾਹ ਕਟੌਤੀ ਕੀਤੀ ਇਹਨਾਂ ਨੇ ਰੈਗੂਲਰ ਕਰਨ ਵੇਲੇ, ਉਸ ਤੋਂ ਬਾਅਦ ਜਿਹੜੇ 51-78 ਟੀਚਰ 3 ਸਾਲ ਬਾਅਦ ਆਰਡਰਾਂ 'ਚ ਲਿਖਿਆ ਸੀ ਕਿ ਅਸੀਂ ਪੂਰੀ ਤਨਖਾਹ ਤੇ ਪੱਕੇ ਕਰਾਂਗੇ, ਉਹਨਾਂ ਦੇ 5 ਸਾਲ ਲਵਾਏ। ਇਸ ਤੋਂ ਇਲਾਵਾ ਕਹਿ ਲਈਏ ਬੇਰੁਜ਼ਗਾਰਾਂ ਨੂੰ ਭਰਤੀ ਨਹੀਂ ਕੀਤਾ ਹੈਗਾ, ਤੇ ਵਲੰਟੀਅਰ ਜਿਹੜੇ ਕੱਚੇ ਮੁਲਾਜ਼ਮ ਨੇ, ਜਿਨ੍ਹਾਂ ਦਾ ਇਹ ਆਖਿਆ ਸੀ ਕਿ ਪਹਿਲੀ ਕੈਬਨਿਟ ਮੀਟਿੰਗ 'ਚ ਫੈਸਲਾ ਕਰਾਂਗੇ, ਤੇ ਉਦੋਂ ਕਾਫੀ ਵਿਦ ਕੈਪਟਨ ਕੰਪੇਨ ਵੀ ਚਲਾਈ ਸੀ। ਪਰ ਇਹ ਕੈਪਟਨ ਸਾਹਿਬ ਜਿਹੜੇ ਹੈਗੇ ਸੀ, ਕਰੋਨਾ ਦਾ ਲੋਕਡਾਊਨ ਤਾਂ ਥੋੜੇ ਸਮੇਂ ਤੋਂ ਆਇਆ ਹੈਗਾ, ਜਾਂ ਇਕਾਂਤਵਾਸ ਸ਼ਬਦ ਆਪਾਂ ਹੁਣ ਸੁਣਿਆ ਹੈਗਾ 2 ਸਾਲਾਂ ਤੋਂ ਜਦੋਂ ਕਰੋਨਾ ਆਇਆ ਹੈਗਾ। ਪਰ ਸਾਡੇ ਕੈਪਟਨ ਸਾਹਿਬ ਜਦੋਂ ਦੀ ਸਰਕਾਰ ਬਣੀ ਆ, ਉਦੋਂ ਦੀ ਇਕਾਂਤਵਾਸ ਦੇ ਵਿੱਚ ਨੇ, ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨਾਲ ਬਹਿ ਕੇ ਗੱਲਬਾਤ ਵੀ ਕਰਨੀ ਉਹ ਮੁਨਾਸਿਬ ਨਹੀਂ ਸਮਝਦੇ, ਤਾਂ ਮੰਗਾਂ ਮੰਨਣੀਆਂ। ਆਪਾਂ ਕਲਸੀ ਜੀ ਤੋਂ ਕਮੈਂਟ ਲਈਏ, ਫਿਰ ਆਖਰ ਦੇ ਵਿੱਚ ਕਨਵਰ ਜੀ ਤੋਂ ਇਹਦਾ ਪੂਰਾ ਜਿਹੜਾ ਸੰਖੇਪ ਕਰਦੇ ਆ। ਕਲਸੀ, ਤੁਸੀਂ ਸਾਰੀਆਂ ਗੱਲਾਂ ਸੁਣੀਆਂ, ਹਰਦੀਪ ਹੋਰਾਂ ਦੀਆਂ ਵੀ ਸੁਣੀਆਂ, ਕਨਵਰ ਜੀ ਨੂੰ ਵੀ ਤੁਸੀਂ ਸੁਣ ਰਹੇ ਹੋ, ਔਰ ਇਹ ਵੀ ਗੱਲ ਪੱਕੀ ਹੈ ਕਿ ਹਮੇਸ਼ਾ ਜਿਹੜੇ ਵੀ, ਕਿਉਂਕਿ ਰੋਜ਼ਗਾਰ ਬਹੁਤ ਵੱਡਾ ਇੱਕ ਜ਼ਿੰਦਗੀ ਦਾ ਸਾਧਨ ਹੈ, ਜਾਂ ਕਹਿ ਲਈਏ ਕਿ ਜ਼ਿੰਦਗੀ ਇਹਦੇ ਉੱਤੇ ਆਧਾਰਿਤ ਹੈ, ਤੇ ਹਮੇਸ਼ਾ ਇਸ ਚੀਜ਼ ਨੂੰ ਟਾਰਗੇਟ ਕੀਤਾ ਜਾਂਦਾ ਹੈ, ਯੰਗ ਵੋਟ ਨੂੰ ਕਰਨ ਦੇ ਲਈ ਵਾਅਦੇ ਬਹੁਤ ਕਰ ਦਿੱਤੇ ਜਾਂਦੇ ਨੇ, ਬਾਅਦ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਨਹੀਂ ਹੋ ਪਾਉਂਦੀਆਂ, ਉਹੀ ਚੀਜ਼ਾਂ ਹੁਣ ਹੋ ਰਹੀਆਂ ਨੇ। ਹਾਲਾਂਕਿ ਕੈਪਟਨ ਸਰਕਾਰ ਹੋਰਾਂ ਦਾ ਇਹ ਮੇਨ ਸੀਗਾ ਜਿਹੜਾ ਏਜੰਡਾ ਕਿ ਘਰ ਘਰ ਨੌਕਰੀ ਬਹੁਤ ਵੱਡੀ, ਇਹ ਬਹੁਤ ਖਾਸ
ਟੈਗਲਾਈਨ ਦਿੱਤੀ ਸੀ ਤਾਂ ਬਿਲਕੁਲ ਉਹਦੇ ਉਲਟ ਹੋ ਰਿਹਾ। ਜਿਵੇਂ ਹੁਣੇ ਹਰਦੀਪ ਹੋਰਾਂ ਨੇ ਗੱਲ ਕਹੀ ਹੈ ਕਿ 3 ਸਾਲ ਦੀ ਗੱਲ ਸੀ ਤਾਂ 5 ਸਾਲ ਲਵਾ ਕੇ ਪੂਰੀ ਤਨਖਾਹ ਕੀਤੀ ਗਈ। ਇਸ ਤੋਂ ਇਲਾਵਾ ਜਿਹੜੇ ਉਹ ਸਾਰੇ ਜਿਹੜੇ ਬੱਚੇ ਨੇ ਜਿਨ੍ਹਾਂ ਨੇ ਹਰ ਤਰ੍ਹਾਂ ਦਾ ਟੈਸਟ ਕਲੀਅਰ ਕੀਤਾ ਹੋਇਆ ਔਰ ਉਹਨਾਂ ਨੂੰ ਵੀ ਨੌਕਰੀ ਨਹੀਂ ਮਿਲ ਰਹੀ, ਇਸ ਚੀਜ਼ ਨੂੰ ਤਾਂ ਚਲੋ ਪਾਸੇ ਰੱਖ ਦਿਓ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ। ਗਗਨ ਜੀ, ਮੈਂ ਮਹਿਸੂਸ ਕਰਦਾ ਕਿ ਪੰਜਾਬ ਹੈ ਜਿਹੜਾ ਉਹ ਪਿਛਲੇ 20 ਸਾਲਾਂ ਤੋਂ ਖਾਸ ਤੌਰ ਤੇ ਮਿਸਗਵਰਨਡ ਹੈ। ਕੋਈ ਗਵਰਨੈਂਸ ਨਹੀਂ ਇੱਥੇ ਹੋ ਰਹੀ। ਗਵਰਨੈਂਸ ਜੇ ਹੋ ਰਹੀ ਹੈ ਤਾਂ ਸਿਰਫ ਇਹਨਾਂ ਦੇ ਆਪਣੇ ਲਾਭਾਂ ਲਈ, ਚਾਹੇ ਉਹ ਬਿਊਰੋਕਰੇਟਸ ਨੇ, ਚਾਹੇ ਉਹ ਪੋਲੀਟੀਸ਼ੀਅਨਸ ਨੇ, ਜਿੰਨੇ ਫਾਇਦੇ ਨੇ, ਜਿੰਨੀ ਕਰੀਮ ਹੈ ਸਾਰੀ ਉਹ ਖਾਂਦੇ ਨੇ, ਔਰ ਜਿੰਨੇ ਮੁਲਾਜ਼ਮ ਭਰਤੀ ਕਰਦੇ ਨੇ ਬੇਸਿਕ ਤਨਖਾਹ ਤੇ ਭਰਤੀ ਕਰਦੇ ਨੇ। ਜਿਹੜੀ ਇਹ ਗੱਲ ਕਰਦੇ ਨੇ 6010 ਰੁਪਏ ਦੀ, ਉਹ ਕਿਹੜਾ ਸਕੇਲ ਹੈ ਵੀ 6000 10,000 ਰੁਪਏ ਦਾ? ਇਹ ਤਾਂ ਸੀ ਕਲਾਸ ਦਾ ਵੀ ਨਹੀਂ ਹੈ, ਡੀਸੀ ਰੇਟ ਵੀ ਨਹੀਂ ਹੈ। ਡੀਸੀ ਰੇਟ ਵੀ ਇਸ ਵੇਲੇ 17-18,000। ਮਿਨੀਮਮ ਵੇਜਸ ਕੀ ਨੇ? ਮਿਨੀਮਮ ਵੇਜਸ ਇੰਨੀ ਕੁ ਤਾਂ ਸ਼ਰਮ ਹੋਣੀ ਚਾਹੀਦੀ ਸੀ ਅਧਿਆਪਕ ਰੱਖੇ ਵਿੱਚ, ਚਾਹੇ ਉਹਦਾ ਨਾਂ ਸਿੱਖਿਆ ਵਲੰਟਰੀ ਹੋਵੇ, ਕਮ ਸੇ ਕਮ ਅਸੀਂ ਮਿਨੀਮਮ ਵੇਜਸ ਤਾਂ ਦੇਈਏ। ਇਹ ਗੈਰ ਕਾਨੂੰਨੀ ਹੈ। ਇਹ ਮਤਲਬ ਅਨਲਾਫੁਲ ਐਕਟੀਵਿਟੀ ਹੈ ਜਿਹੜੀ 6000 ਸੈਲਰੀ 10,000 ਸੈਲਰੀ ਇਹ ਗੱਲ ਕਰ ਰਹੇ ਨੇ। ਜਿਹੜੀ ਸੈਲਰੀ ਤੁਸੀਂ ਮਿਨੀਮਮ ਵੇਜਸ ਤੋਂ ਘੱਟ ਤਨਖਾਹ ਹੀ ਨਹੀਂ ਦੇ ਸਕਦੇ। ਇਹ ਮਿਨੀਮਮ ਵੇਜਸ ਦਾ ਵੀ ਜਿਹੜਾ ਹੈਗਾ ਪੰਜਾਬ ਦੇ ਉਹਨਾਂ ਦਾ ਵੀ ਖਿਲਵਾੜ ਹੈਗਾ। ਇਸ ਕਰਕੇ ਜਿਹੜਾ ਇਸੇ ਕਰਕੇ ਯੂਥ ਸਾਡਾ ਵਿਦੇਸ਼ਾਂ ਨੂੰ ਪਲਾਇਨ ਕਰ ਰਿਹਾ, ਪੰਜਾਬ ਦਾ ਭਵਿੱਖ ਧੁੰਦਲਾ ਕਰ ਰਹੇ ਨੇ। ਅੱਜ ਪੰਜਾਬ ਦੇ ਵਿੱਚ ਜੇ 55 ਲੱਖ ਘਰ ਨੇ ਤਾਂ 55 ਲੱਖ ਹੀ ਪਾਸਪੋਰਟ ਬਣ ਚੁੱਕੇ ਨੇ, ਔਰ ਜਵਾਨੀ ਸਾਰੀ ਬਾਹਰ ਨੂੰ ਜਾ ਰਹੀ ਹੈ। ਇਹਨਾਂ ਨੇ ਜਵਾਨਾਂ ਤੇ ਛੱਡਿਆ ਹੀ ਕੁਛ ਨਹੀਂ। ਇਹਨਾਂ ਨੇ ਇਹ ਸਿਰਫ ਤੇ ਕਿ ਪੰਜਾਬ ਅਸੀਂ ਲੁੱਟ ਲਈਏ, ਕੁੱਟ ਲਈਏ, ਇਹ ਸਾਡੇ ਵਾਸਤੇ ਹੈਗਾ। ਜੇ ਇਸ ਤਰ੍ਹਾਂ ਦਾ ਚੱਲਣ ਰਹੇਗਾ ਤਾਂ ਲੋਕ ਇਹਨਾਂ ਨੂੰ ਆਉਂਦੀਆਂ ਇਲੈਕਸ਼ਨ ਜਵਾਬ ਦੇਣਗੇ। ਮੈਂ ਹੋਰ ਕੁਛ ਨਹੀਂ ਕਹਿ। ਚਲੋ ਕਨਵਰ ਜੀ, ਬਹੁਤ ਸੰਖੇਪ ਦੇ ਵਿੱਚ ਦੱਸਿਓ, ਸਾਡੇ ਕੋਲ ਸਮਾਂ ਸੀਮਤ ਹੈਗਾ। ਤੁਸੀਂ ਸਾਰੀਆਂ ਗੱਲਾਂ ਸੁਣੀਆਂ, ਤੁਸੀਂ ਵੀ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਥੋੜਾ ਇਤਫਾਕ ਤਾਂ ਜ਼ਰੂਰ ਰੱਖੋਗੇ ਕਿ ਚਲੋ ਪਾਰਟੀ ਦੀ ਵੀ ਜ਼ਿੰਮੇਵਾਰੀ ਹੈ, ਤੁਸੀਂ ਚੀਜ਼ਾਂ ਨੂੰ ਡਿਫੈਂਡ ਕਰਨਾ। ਥੋੜਾ ਨਹੀਂ, ਮੈਂ ਗਗਨ ਜੀ ਇਹਦੇ ਨਾਲ ਬਹੁਤ ਇਤਫਾਕ ਰੱਖਦਾ, ਪਰ ਤੁਸੀਂ ਇੱਕ ਗੱਲ ਦੱਸੋ, ਤੁਸੀਂ ਵੀ ਇੱਕ ਅਦਾਰੇ ਦੇ ਵਿੱਚ ਕੰਮ ਕਰਦੇ ਹੋ, ਬਿਨਾਂ ਐਲੀਜੀਬਿਲਿਟੀ ਤੋਂ ਕੋਈ ਕਿਸੇ ਨੂੰ ਕਿਸ ਤਰ੍ਹਾਂ ਉਹ ਤਨਖਾਹ ਦੇ ਸਕਦਾ ਜਿਹੜੀ ਕਿਸੇ ਐਲੀਜੀਬਲ ਬੰਦੇ ਦੀ ਬਣਦੀ ਹੈ? ਮੈਂ ਤਾਂ ਬਾਰ-ਬਾਰ ਇੱਕੋ ਗੱਲ ਦਾ ਸਵਾਲ ਪੁੱਛਦਾ। ਮਿਨੀਮਮ ਐਲੀਜੀਬਲ ਨੂੰ ਦਿੰਦੇ ਹੋ, ਐਲੀਜੀਬਲ ਨੂੰ ਦਿੰਦੇ ਹੋ। ਤੁਹਾਡੀ ਗੱਲ ਦਾ ਜਵਾਬ ਹੀ ਦੇਣ ਲੱਗਿਆ, ਮੈਨੂੰ ਜਵਾਬ ਤਾਂ ਦੇ ਲੈਣ ਦਿਓ। ਗੱਲ ਇਹ ਹੈ, ਕਹਿੰਦੇ ਸੀ ਵੀ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਉੱਥੇ ਜਾ ਕੇ ਉਹਨਾਂ ਨਾਲ ਮਿਸਬਿਹੇਵ ਬੜਾ ਹੋਇਆ। ਠੀਕ ਹੈ, ਇਹ ਗੱਲ ਬਿਲਕੁਲ ਗਲਤ ਹੈ ਕਿ ਕਿਸੇ ਵੀ, ਚਾਹੇ ਨੌਜਵਾਨ ਹੈ ਚਾਹੇ ਕੋਈ ਲੜਕੀ ਹੈ, ਉਹਨਾਂ ਨਾਲ ਕੋਈ ਦੁਰਵਿਹਾਰ ਕਰੇ, ਚਾਹੇ ਪੁਲਿਸ ਕਰੇ ਜਾਂ ਕੋਈ ਵੀ ਕਰੇ, ਉਹਦੇ ਉੱਤੇ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ, ਔਰ ਜਿਹੜੇ ਦੋਸ਼ੀ ਕਸੂਰਵਾਰ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ। ਹੁਣ ਗੱਲ ਇਹ ਹੈ ਵੀ ਜਿਹੜੇ ਉੱਥੇ ਪ੍ਰੋਟੈਸਟ ਕਰਨਗੇ, ਜੇ ਉਹ ਕਾਬਲ ਨੇ ਤਾਂ ਉਹ ਪ੍ਰੋਟੈਸਟ ਕਿਉਂ ਕਰਨਗੇ? ਉਹਨਾਂ ਨੂੰ ਤਾਂ ਸਰਕਾਰ ਕਹਿ ਰਹੀ ਹੈ ਵੀ 8300 ਪੋਸਟਾਂ ਅਸੀਂ ਫਿਲਹਾਲ ਰਿਕਰੂਟ ਕਰ ਰਹੇ ਹਾਂ, ਟੈਸਟ ਦੇ ਵਿੱਚ ਜਾ ਕੇ ਟੈਸਟ ਦੇਣ। ਦੇਖੋ ਨਾ, ਮੇਰੀ ਗੱਲ ਨੂੰ ਸਮਝੋ। ਐਲੀਜੀਬਿਲਿਟੀ ਕ੍ਰਾਈਟੇਰੀਆ ਪਾਸ ਕਰਨ ਤੇ ਜਿਹੜਾ ਉਹਨਾਂ ਦੇ ਨਾਲ ਜਿਹੜੇ ਤਜਰਬੇ ਆ, ਉਹਨਾਂ ਦਾ ਜਿੰਨੇ ਸਾਲ ਉਹਨਾਂ ਨੇ ਕੰਮ ਕੀਤਾ, ਉਹਦੇ ਅੰਕ ਵੱਖਰੇ ਜੁੜਨਗੇ, ਉਹਨਾਂ ਨੂੰ ਨੌਕਰੀ ਮਿਲ ਰਹੀ ਹੈ। ਉਹਨਾਂ ਨੂੰ ਦਿੱਕਤ ਕਿਸ ਗੱਲ ਦੀ ਹੈ? ਹੁਣ ਦਿੱਕਤ ਕਿੱਥੇ ਆਉਂਦੀ ਹੈ, ਮੈਂ ਦੱਸਦਾ ਕਿੱਥੇ ਹੈ। ਜਿਨ੍ਹਾਂ ਨੇ ਐਲੀਜੀਬਿਲਿਟੀ ਟੈਸਟ ਨਹੀਂ ਪਾਸ ਕੀਤੇ ਹੋਏ, ਜਿਨ੍ਹਾਂ ਕੋਲ ਉਹ ਕਾਬਲੀਅਤ ਨਹੀਂ ਹੈ, ਉਹਨਾਂ ਦੀ ਇਹਨਾਂ ਨੇ ਨਾਲ ਐਸੋਸੀਏਸ਼ਨ ਬਣਾ ਕੇ ਤੇ ਸਰਕਾਰ ਨੂੰ ਮਤਲਬ ਆਪਣੀ ਨਜਾਇਜ਼ ਗੱਲ ਦੇ ਉੱਤੇ ਉਹ ਕਨਵਰ ਜੀ ਚਲੋ ਠੀਕ ਹੈ, ਤੁਸੀਂ ਸਾਡੀ ਆਹ ਗੱਲ ਕਨਵਰ ਜੀ ਮੰਨੀ ਇਸ ਤਰ੍ਹਾਂ ਦੇ ਵੀ ਜਾਵੇ। ਕਈ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਨੌਜਵਾਨ ਨੇ, ਕੁੜੀਆਂ ਨੇ, ਮੁੰਡੇ ਨੇ, ਜਿਨ੍ਹਾਂ ਨੇ ਟੈਸਟ ਵੀ ਪਾਸ ਕੀਤੇ ਨੇ, ਨੌਕਰੀ ਨਹੀਂ ਮਿਲੀ। ਰੋਜ਼ ਸਾਡੇ ਕੋਲ ਇਸ ਤਰ੍ਹਾਂ ਦੀਆਂ ਕਈ ਖਬਰਾਂ ਆਉਂਦੀਆਂ, ਕੋਈ ਝੋਨਾ ਲਾ ਰਿਹਾ, ਕੋਈ ਕੀ ਚੀਜ਼ਾਂ ਕਰ ਰਿਹਾ। ਚਲੋ ਇੱਕ ਵੱਖਰਾ, ਉਹਨਾਂ ਨੂੰ ਫਿਰ ਇਹ ਗੱਲ ਦੱਸ ਦਿਓ ਵੀ 8300 ਪੋਸਟਾਂ ਰਿਕਰੂਟ ਕੀਤੀਆਂ ਜਾ ਰਹੀਆਂ ਨੇ। ਬਾਕੀ ਜਿਹੜੀਆਂ ਅੱਜ ਜੋ ਫੈਸਲਾ ਹੋਇਆ, ਜੇ ਤੁਸੀਂ ਕਹਿੰਦੇ ਹੋ ਜਿਹੜੀ ਕਮੇਟੀ ਬਣੀ ਹੈ ਉਹਦੀ ਮੀਟਿੰਗ, ਉਹਦੇ ਵਿੱਚ ਵੱਖਰਾ ਜੋ ਵੀ ਮੰਨਿਆ ਜਾਣਾ, ਇਹ ਪੁਰਾਣੀ ਖਬਰ ਤੁਹਾਨੂੰ ਮੈਂ ਦੱਸ ਰਿਹਾ। ਅੱਜ ਦੀਆਂ ਜਿਹੜੀਆਂ ਮੰਗਾਂ ਮੰਨੀਆਂ ਜਾਣੀਆਂ ਜਾਂ ਕਮੇਟੀ ਬਣਾ ਕੇ ਉਹ ਤੇ ਜੋ ਵੀ ਵਿਚਾਰ ਹੋਣਾ, ਜੋ ਵੀ ਫੈਸਲਾ ਆਣਾ, ਉਹ ਉਦੋਂ ਬਾਅਦ ਦੀ ਗੱਲ ਹੈ। ਕਨਵਰ ਜੀ ਇਹ ਤਾਂ ਸਰਕਾਰ ਕਰ ਰਹੀ ਹੈ। ਆਸਪੰਦ ਹੈਗੇ ਕਿ 83 ਤੋਂ 93 ਜਿਹੜੀਆਂ ਪੋਸਟਾਂ ਨੇ ਭਰ ਜਾਣਗੀਆਂ, ਕਿਉਂਕਿ ਹੁਣ ਤਾਂ ਬਹੁਤ ਘੱਟ ਸਮਾਂ ਰਹਿ ਗਿਆ। ਨਹੀਂ, ਇਹ ਤਾਂ ਹੋਣੀ ਹੀ ਹੋਣੀ ਹੈ। ਇਹਦੇ ਵਿੱਚ ਤਾਂ ਕਿਸੇ ਤਰ੍ਹਾਂ ਦੀ ਕੋਈ ਦੋ ਰਾਏ ਹੈ ਹੀ ਨਹੀਂ। ਮੈਂ ਕਹਿੰਦਾ ਬਲਕਿ ਇਸ ਤੋਂ ਵੀ ਉੱਤੇ ਜਾ ਕੇ, ਬਲਕਿ ਮੈਂ ਕਹਿੰਦਾ, ਦੇਖੋ ਇੱਕ ਜਿਹੜਾ ਅਧਿਆਪਕ ਹੈ ਉਹ ਤਾਂ ਸਮਾਜ ਦਾ ਸਿਰਜਣਹਾਰ ਹੈ, ਤੇ ਜੇ ਉਹਦਾ ਹੀ ਪੇਟ ਖਾਲੀ ਰਹੇਗਾ, ਉਹਦੀ ਜੇਬ ਖਾਲੀ ਰਹੇਗੀ, ਤੇ ਉਹਨੇ ਕੀ ਕੰਮ ਕਰਕੇ ਦੇਣਾ? ਇਹ ਤਾਂ ਬਹੁਤ ਇਹੀ ਤਾਂ ਦੁੱਖ ਹੈ ਕਿ ਜੇ ਇੰਨਾ ਲੰਮਾ ਸਮਾਂ ਜੇ ਚੱਲਣਾ ਸੀਗਾ, ਇਹ ਰੌਲੇ ਰੱਪੇ ਰਹਿਣੇ ਸੀ, ਸਰਕਾਰ ਆਂਦੇ ਹੀ 6000 ਤੋਂ 12000 ਤਨਖਾਹ ਕਰ ਦਿੰਦੀ, ਬਾਕੀ ਕਹਿੰਦੇ ਅਸੀਂ ਦੇਖਦੇ ਰਹਿੰਦੇ ਆ। ਚਲੋ ਠੀਕ ਹੈ ਵੀਰ ਜੀ, ਅੱਜ 2 ਸਾਲ ਤੋਂ ਉੱਤੇ ਹੋ ਗਿਆ, ਤੁਹਾਨੂੰ ਪਤਾ ਨਹੀਂ ਸ਼ਾਇਦ ਇਸ ਗੱਲ ਦਾ, 2 ਸਾਲ ਤੋਂ ਜ਼ਿਆਦਾ ਹੋ ਗਏ। ਸਰਕਾਰ ਨੇ ਜਦੋਂ 10,000 ਦੀ ਆਫਰ ਕੀਤੀ ਸੀ, ਹੁਣ ਇਹ ਕਹਿੰਦੇ 10,000 ਨਹੀਂ ਠੀਕ। ਉਹ ਮੈਂ ਮੰਨਦਾ 10,000 ਨਹੀਂ ਠੀਕ, ਲੇਕਿਨ ਜਿਹੜਾ ਕਾਬਲੀਅਤ ਨਹੀਂ ਰੱਖਦਾ ਉਹਦੇ ਲਈ ਤਾਂ ਠੀਕ ਹੈ ਨਾ। ਜਿਹੜਾ ਕਾਬਲੀਅਤ ਰੱਖਦਾ ਉਹਨੇ ਅਪਗ੍ਰੇਡ ਹੋ ਹੀ ਜਾਣਾ। ਤੁਸੀਂ ਦੇਖੋ ਨਾ, ਮੇਰੀ ਗੱਲ ਨੂੰ ਸਮਝੋ। ਜਿਹੜਾ ਕਾਬਲੀਅਤ ਰੱਖਦਾ ਉਹਨੂੰ ਤਾਂ ਬਣਾ ਹੀ ਕੋਈ ਨਹੀਂ। ਚਲੋ ਠੀਕ ਹੈ, ਇਸ ਗੱਲ ਤੇ ਹੀ ਨਾਲ ਤੇ ਕੋਈ ਕੀ ਕਰੇ। ਠੀਕ ਹੈ, ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਇਹ ਗੱਲਬਾਤ ਕੀਤੀ ਹੈ ਜੀ ਕੱਚੇ ਅਧਿਆਪਕਾਂ ਦੇ ਵੱਲੋਂ ਜਿਹੜਾ ਲਗਾਤਾਰ
ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਹਦੇ ਉੱਤੇ ਹੀ ਗੱਲਬਾਤ ਕੀਤੀ ਹੈ। ਤਮਾਮ ਮਹਿਮਾਨਾਂ ਦਾ ਧੰਨਵਾਦ। ਵਰਚੁਅਲ ਢੰਗ ਨਾਲ ਜੁੜੇ ਸੀ ਕਨਵਰ ਹਰਪ੍ਰੀਤ ਸਿੰਘ ਜੀ ਜੁੜੇ ਸੀ ਸਾਡੇ ਨਾਲ, ਹਰਦੀਪ ਜੁੜੇ ਸੀ, ਮੁਲਾਜ਼ਮ ਆਗੂ ਨੇ ਜਿਹੜੇ ਟੀਚਰਾਂ ਦੀਆਂ ਜਥੇਬੰਦੀਆਂ ਨੇ ਉਹਦੇ ਆਗੂ ਹੈਗੇ ਨੇ ਸਾਡੇ ਨਾਲ, ਕਲਸੀ ਜੀ ਵੀ ਜੁੜੇ ਸੀ, ਸਿੱਖਿਆ ਮਾਹਰ ਨੇ। ਤਾਂ ਤਮਾਮ ਮਹਿਮਾਨਾਂ ਵੱਲੋਂ ਆਪੋ ਆਪਣੇ ਢੰਗ ਦੇ ਨਾਲ ਵਿਚਾਰ ਰੱਖੇ ਗਏ ਨੇ। ਪਰ ਵੱਡਾ ਸਵਾਲ ਇਹੀ ਹੈ ਕਿ ਜਿਹੜੇ ਵਾਅਦਿਆਂ ਦੇ ਨਾਲ ਸਰਕਾਰਾਂ ਸੱਤਾ ਤੇ ਕਾਬਜ਼ ਹੁੰਦੀਆਂ ਨੇ, ਚਾਹੇ ਉਹ ਕਾਂਗਰਸ ਦਾ ਜਿਹੜਾ ਇੱਕ ਵਾਅਦਾ ਸੀਗਾ ਘਰ ਘਰ ਨੌਕਰੀ ਦਾ, ਤਾਂ ਉਹ ਵਾਅਦਾ ਆਖਿਰ ਕਿੱਥੇ ਹੈ? ਕਿਉਂ ਉਸ ਤਰ੍ਹਾਂ ਦੇ ਵਾਅਦੇ ਜਿਹੜੇ ਨੌਜਵਾਨਾਂ ਦੇ ਨਾਲ ਕਰ ਲਏ ਜਾਂਦੇ ਨੇ, ਜਿਹੜੇ ਬਾਅਦ ਚੋਂ ਵਫਾ ਨਹੀਂ ਹੋ ਪਾਉਂਦੇ, ਅਤੇ ਨੌਜਵਾਨ ਨੇ ਜਿਹੜੇ ਜਿਨ੍ਹਾਂ ਨੇ ਦੇਸ਼ ਦਾ ਭਵਿੱਖ ਬਣਾਉਣਾ, ਅਧਿਆਪਕ ਨੇ, ਉਹ ਸੜਕਾਂ ਤੇ ਰੁਲਣ ਦੇ ਲਈ ਮਜਬੂਰ ਨੇ। ਆਸ ਉਮੀਦ ਕਰਦੇ ਤੁਹਾਨੂੰ ਸਾਡੀ ਇਹ ਪੇਸ਼ਕਸ਼ ਜ਼ਰੂਰ ਪਸੰਦ ਆਈ ਹੋਵੇਗੀ। ਧੰਨਵਾਦ।